ਅਜੇ 11 ਮਹੀਨੇ ਹੋ ਗਏ ਨੇ, ਸਾਲ ਦੇ ਨੇੜੇ ਹੋਣ ਦਾ ਸਮਾਂ ਆ ਗਿਆ ਤੇ ਲੱਗ ਨਹੀਂ ਰਿਹਾ ਕਿ ਸਰਕਾਰ ਦੇ ਕੰਨ ਤੇ ਕਿਤੇ ਜੂੰ ਸਰਕੀ ਆ। ਤੇ ਇਹ ਜਿਹੜੇ ਅੱਜ ਦੇ ਜਿਹੜੇ ਯੋਧੇ ਨੇ ਕਿਸਾਨੀ ਅੰਦੋਲਨ ਤੇ ਜਿਹੜੇ ਬਾਰਡਰਾਂ ਤੇ ਬੈਠ ਕੇ ਅੱਜ ਦੀਵਾਲੀ ਮਨਾਉਣਗੇ, ਘੱਟੋ ਘੱਟ ਇਹਨਾਂ ਨੂੰ ਵੀ ਉਸ ਲਾਈਨ ਦੇ ਵਿੱਚ ਖੜੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਵਿੱਚ ਦਰਸਾਇਆ ਜ਼ਰੂਰ ਜਾਵੇ ਕਿ ਸਰਕਾਰ ਪੱਖੀ ਮੀਡੀਆ ਜਾਂ ਜਿਹਨੂੰ ਅੱਜ ਕੱਲ੍ਹ ਗੋਦੀ ਮੀਡੀਆ ਕਹਿੰਦੇ ਨੇ, ਜੇਕਰ ਉਹਨਾਂ ਨੇ ਬਿਲਕੁਲ ਇਸ ਗੱਲ ਦੀ ਸਹੁੰ ਖਾ ਲਈ ਆ ਵੀ ਅਸੀਂ ਅੰਦੋਲਨ ਦਾ ਕੋਈ ਚੰਗਾ ਪੱਖ ਦਿਖਾਉਣਾ ਹੀ ਨਹੀਂ ਹੈਗਾ, ਫਿਰ ਤਾਂ ਕੋਈ ਹੱਲ ਹੋ ਨਹੀਂ ਸਕਦਾ। ਜਿਹੜੇ ਅੰਦੋਲਨ ਨੂੰ ਪਿਕਨਿਕ ਦੱਸਦੇ ਆ, ਉਹਨਾਂ ਦੇ ਮੂੰਹ ਤੇ 1 ਸਾਲ ਦਾ ਸਮਾਂ ਬਹੁਤ ਵੱਡੀ ਚਪੇੜ ਆ। ਕੈਪਟਨ ਸਾਹਿਬ ਲਈ ਕਦੇ ਡਰਪੋਕ ਹੈ, ਕਦੇ ਕੁਛ ਹੈ, ਔਰ ਜਿਹੜਾ ਵੀ ਦਿਲ ਕਰਦਾ, ਜਿਸ ਦਾ ਵੀ ਦਿਲ ਕਰਦਾ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਜੋ ਮਰਜ਼ੀ ਬੋਲਦਾ ਹੈ। ਇਨਸਾਨ ਦਾ ਅੱਜ ਤੱਕ ਪਤਾ ਹੀ ਨਹੀਂ ਲੱਗਾ ਵੀ ਜਦੋਂ ਕੈਪਟਨ ਤੇ ਸਿੱਧੂ ਦੇ ਸਿੰਘ ਫਸੇ ਸੀਗੇ, ਬਈ ਮਨਪ੍ਰੀਤ ਬਾਦਲ ਕੈਪਟਨ ਵੱਲ ਸੀਗਾ ਕਿ ਸਿੱਧੂ ਵੱਲ ਸੀਗਾ। ਉਹਨੂੰ ਵੀ ਕੈਪਟਨ ਅਮਰਿੰਦਰ ਸਿੰਘ ਦਾ ਦੂਜਾ ਰੂਪ ਸਮਝਿਆ ਜਾਂਦਾ ਆ। ਬਈ ਜੇ ਕੈਪਟਨ ਨਹੀਂ ਕਿਸੇ ਦੀ ਸੁਣਦਾ ਤਾਂ ਸੁਣਦਾ ਕਿਸੇ ਦੀ ਨਵਜੋਤ ਸਿੰਘ ਸਿੱਧੂ ਵੀ ਹੈ ਨਹੀਂਗਾ। ਵੀ ਕਾਂਗਰਸ ਦੀ ਆਪਣੀ ਜਿਹੜੀ ਆ ਪੱਟ ਉਤਾੜਿਆ, ਉਹਨੇ ਜਿਹੜਾ ਆ ਅਕਾਲੀ ਦਲ ਨੂੰ ਇਸ ਵੇਲੇ ਲੋਕਾਂ ਦੇ ਵਿੱਚ ਜਾਂ ਲੋਕਾਂ ਦੇ ਸਭਾ ਦੇ ਵਿੱਚ ਜਾਣ ਜੋਗਾ ਕਰ ਦਿੱਤਾ। ਜਿਹੜੇ ਭਾਜਪਾ ਦੇ ਆਗੂ ਸਿਲੰਡਰ ਮੋਢਿਆਂ ਤੇ ਚੁੱਕ ਚੁੱਕ ਕੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਿਆ ਕਰਦੇ ਸਨ ਜੀ, ਉਹ ਐ ਨਹੀਂ ਲੱਭੇ, ਕਿੱਥੇ ਗਏ ਉਹ? ਜੀਐਸਟੀ ਦੇ ਦਾਇਰੇ ਤੋਂ ਰੱਖਿਆ ਹੀ ਇਸ ਕਰਕੇ ਬਾਹਰ ਗਿਆ ਸੀਗਾ ਡੀਜ਼ਲ ਪੈਟਰੋਲ ਨੂੰ ਕਿ ਜਦੋਂ ਮਰਜ਼ੀ ਇਹ ਚੁੱਪ ਕੀਤੇ ਹੌਲੀ ਹੌਲੀ ਟੀਕਾ ਲਾਉਂਦੇ ਜਾਵਾਂਗੇ, ਹੌਲੀ ਹੌਲੀ ਟੀਕਾ ਲਾਉਂਦੇ ਜਾਵਾਂਗੇ, ਚਾਹੇ ਰਾਜ ਸਰਕਾਰਾਂ ਨੇ ਤੇ ਚਾਹੇ ਸੈਂਟਰ ਸਰਕਾਰ ਨੇ। ਲਗਭਗ 1.5 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਜੋ ਬਾਬੇ ਦੇ ਕੇਸਾਂ ਨੂੰ ਲੈ ਕੇ ਕੜੀ ਘੋਲੀ ਆ, ਜਿੰਨੀਆਂ ਸੈੱਟ ਬਣੀਆਂ, ਜਿੰਨੀਆਂ SIT ਬਣੀਆਂ ਜਾਂ ਜਿੰਨੀਆਂ ਜਾਂਚ ਏਜੰਸੀਆਂ ਬਣੀਆਂ, ਉਹੋ ਹੀ ਕੜੀ 4.5 ਸਾਲ ਅਮਰਿੰਦਰ ਸਿੰਘ ਨੇ ਘੋਲੀ ਆ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ, ਸਤਿ ਸ੍ਰੀ ਅਕਾਲ। ਅੱਜ ਦਾ ਵਿਚਾਰ ਚਰਚਾ ਲੈ ਕੇ ਹਾਜ਼ਰ ਹਾਂ। ਇਸ ਵਿਚਾਰ ਚਰਚਾ ਵਿੱਚ ਸਾਡੇ ਆਊਟਡੋਰ ਸਪੈਸ਼ਲਿਸਟ, ਸਾਡੇ ਪੱਤਰਕਾਰ ਗੁਰਨਾਮ ਸਿੰਘ ਬਿਲਗਾ ਜੀ ਮੇਰਾ ਸਾਥ ਦੇਣਗੇ। ਅੱਜ ਪੂਰੀ ਦੁਨੀਆ ਦੇ ਵਿੱਚ ਦੀਵਾਲੀ ਦਾ ਤਿਉਹਾਰ ਹੈ, ਇਸ ਕਰਕੇ ਸਾਡੇ ਸਾਰੇ ਦਰਸ਼ਕਾਂ ਨੂੰ ਜਿੱਥੇ ਜਿੱਥੇ ਵੀ ਉਹ ਬੈਠੇ ਹਨ, ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ, ਸ਼ੁਭਕਾਮਨਾਵਾਂ। ਬੰਦੀ ਛੋੜ ਦਿਵਸ ਦੀਆਂ ਵੀ ਆਪ ਸਭ ਨੂੰ ਮੁਬਾਰਕਾਂ ਤੇ ਸ਼ੁਭਕਾਮਨਾਵਾਂ। ਇਸ ਪ੍ਰੋਗਰਾਮ ਵਿੱਚ ਰਾਜਨੀਤਿਕ ਤੇ ਹੋਰ ਮਸਲਿਆਂ ਤੇ ਗੱਲਬਾਤ ਅਸੀਂ ਕਰਾਂਗੇ, ਜਿਸ ਵਿੱਚ ਕਿਸਾਨਾਂ ਦੀ ਦੀਵਾਲੀ ਦੀ ਵੀ ਗੱਲਬਾਤ ਹੋਵੇਗੀ। ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ, ਨਵਜੋਤ ਸਿੰਘ ਸਿੱਧੂ ਬਨਾਮ ਕੈਪਟਨ ਕਿਸਾਨਾਂ ਨੇ ਅਜੇ ਮਿਸ਼ਰਾ ਦਾ ਸੱਦਾ ਜਿਹੜਾ ਉਹਨਾਂ ਨੂੰ ਆਇਆ ਸੀ ਗੱਲਬਾਤ ਦਾ, ਉਸ ਦਾ ਕੀ ਕੀਤਾ, ਇਹ ਸਾਰੇ ਮੁੱਦਿਆਂ ਤੇ ਗੱਲਬਾਤ ਹੋਵੇਗੀ। ਸਭ ਤੋਂ ਪਹਿਲਾਂ ਬਿਲਗਾ ਸਾਹਿਬ ਦਾ ਸਵਾਗਤ ਕਰਦੇ ਹਾਂ। ਬਿਲਗਾ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਬਹੁਤ ਬਹੁਤ ਨਿੱਘਾ ਤੁਹਾਨੂੰ ਵੀ ਜੀ ਆਇਆਂ, ਤੇ ਨਾਲ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਸਾਰੇ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਬਹੁਤ ਬਹੁਤ ਮੁਬਾਰਕਾਂ। ਬਿਲਗਾ ਜੀ, ਦੀਵਾਲੀ ਵਾਲਾ ਦਿਨ ਹੈ, ਜਦੋਂ ਜੀ ਸਾਡਾ ਪ੍ਰੋਗਰਾਮ ਪ੍ਰਸਾਰਿਤ ਹੋਵੇਗਾ ਤਾਂ ਸਾਰੇ ਆਪਣੇ ਘਰੋਂ ਘਰੀ ਬੈਠੇ ਹੋਣਗੇ, ਪਰਿਵਾਰਾਂ ਜੀ ਦੇ ਵਿੱਚ ਇਸ ਵੱਡੇ ਤਿਉਹਾਰ ਨੂੰ ਮਾਣਨ ਦੀ ਕੋਸ਼ਿਸ਼ ਕਰ ਰਹੇ ਹੋਣਗੇ। ਜੀ ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਘਰ ਜਾਈਏ, ਇਸ ਤਿਉਹਾਰ ਤੇ ਪਰਿਵਾਰ ਦੇ ਵਿੱਚ ਬੈਠੀਏ, ਚਾਰ ਗੱਲਾਂ ਬਾਤਾਂ ਮਾਰੀਏ, ਖੁਸ਼ੀ ਦਾ ਮਾਹੌਲ, ਤੇ ਫਿਰ ਕੁਝ ਜਿਹੜਾ ਬੈਟਰੀਆਂ ਰੀਚਾਰਜ ਕਰਕੇ ਸਿਆਲ ਦੀ ਆਮਦ ਨੂੰ ਵੀ ਖੁਸ਼ਾਮਦੀਦ ਆਖੀਏ ਤੇ ਸਭ ਕੁਝ ਸੁਹਾਵਣਾ ਸੁਹਾਵਣਾ ਲੱਗਦਾ ਹੈ, ਜਾਪਦਾ ਹੈ। ਜੀ ਦਿੱਲੀ ਦੇ ਬਾਰੇ ਜਿਹੜਾ ਅੱਜ ਤੱਕ ਸੁਣਿਆ ਸੀ ਉਹ ਤੇ ਇਹ ਸੀ ਕਿ ਦੀਵਾਲੀ ਤੇ ਦਿੱਲੀ ਵਾਲੇ ਪਤਾ ਨਹੀਂ ਕਿਸ ਤਰ੍ਹਾਂ ਦੀ ਮਨਾਉਂਦੇ ਨੇ। ਪ੍ਰਦੂਸ਼ਣ ਉੱਥੇ ਇਸ ਹੱਦ ਤੱਕ ਵੱਧ ਜਾਂਦਾ ਹੈ ਕਿ ਜੀ ਪਟਾਕਿਆਂ ਦਾ ਧੂੰਆਂ ਇਸ ਹੱਦ ਤੱਕ ਤੇ ਉਸਦੀ ਸਮੈਲ, ਗੰਧ ਜਿਹੜੀ ਹੈ ਹਵਾ ਦੇ ਵਿੱਚੋਂ ਆਉਂਦੀ ਹੈ, ਤੇ ਨਾਮ ਜਿਹੜਾ ਹੈ ਕਿਸਾਨਾਂ ਦੀ ਪਰਾਲੀ ਦਾ ਲਾ ਦਿੱਤਾ ਜਾਂਦਾ ਹੈ। ਤੇ ਕਿਸਾਨਾਂ ਦੀ ਗੱਲ ਜਿਹੜੀ ਹੈ ਜਦੋਂ ਅਸੀਂ ਕਰਦੇ ਹਾਂ, ਤੇ ਅੱਜ ਕਹਿੰਦੇ ਨੇ ਕਿ 400 ਦਿਨ ਹੋ ਗਏ ਨੇ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਏ ਨੂੰ, ਭਾਵੇਂ ਦਿੱਲੀ ਦੀ ਸਰਹੱਦਾਂ ਤੇ ਤਕਰੀਬਨ ਸਾਨੂੰ ਸਾਲ ਕਦੇ ਲਗਭਗ ਹੋ ਚੁੱਕਾ ਹੈ। ਇਹ ਜੀ ਦੱਸੋ ਕਿ ਤੁਸੀਂ ਤੇ ਨਜ਼ਦੀਕ ਤੋਂ ਦੇਖਿਆ ਇਸ ਸਾਰੇ ਘਟਨਾਕ੍ਰਮ ਨੂੰ, ਤੁਸੀਂ ਜਾਂਦੇ ਵੀ ਰਹਿੰਦੇ ਹੋ ਦਿੱਲੀ, ਔਰ ਕਿਸਾਨ ਆਗੂ ਨਾਲ ਗਾਹੇ ਬਗਾਹੇ ਗੱਲਬਾਤ ਵੀ ਹੁੰਦੀ ਰਹਿੰਦੀ ਹੈ। ਕਿਸ ਜੀ ਤਰ੍ਹਾਂ ਦਾ ਮਾਹੌਲ ਹੈ? ਕਿਸਾਨ ਜਿਹੜੇ ਸੀ ਉਹ ਕੀ ਉਹਨਾਂ ਦਾ ਘਰ ਨੂੰ ਆਉਣ ਨੂੰ ਦਿਲ ਨਹੀਂ ਕਰਦਾ? ਕਿਸ ਤਰ੍ਹਾਂ ਦੀ ਦੀਵਾਲੀ ਉਹ ਮਨਾ ਰਹੇ ਨੇ ਅੱਜ? ਬਹੁਤ ਹੀ ਅੰਤਮ ਸਤਰਾਂ ਵਿੱਚ ਤੁਸੀਂ ਇੱਕ ਭਾਵੁਕਤਾ ਦੇ ਨਾਲ ਇਹ ਕਿਸਾਨੀ ਅੰਦੋਲਨ ਦੀ ਗੱਲ ਜੋੜੀ ਆ। ਹੀਰ ਸਾਹਿਬ, ਜਿਸ ਤਰ੍ਹਾਂ ਦੇਖਦੇ ਕਿ ਭਗਵਾਨ ਸ਼੍ਰੀ ਰਾਮ ਦੇ
ਆਮਦ ਘਰ ਆਮਦ ਨੂੰ ਲੈ ਕੇ ਜਿੱਦਾਂ ਹਿੰਦੂ ਧਰਮ ਦੇ ਵਿੱਚ ਇਸ ਦੀਵਾਲੀ ਦੇ ਪਰਬ ਦੀ ਬੜੀ ਮਹੱਤਤਾ ਆ ਤੇ ਸਾਡੇ ਸਿੱਖ ਧਰਮ ਦੇ ਵਿੱਚ ਬੰਦੀ ਛੋੜ ਦਿਵਸ ਦੇ ਨਾਂ ਤੇ ਇਸ ਦਿਨ ਨੂੰ ਮਨਾਇਆ ਜਾਂਦਾ। ਲਗਭਗ ਤਕਰੀਬਨ 1 ਮਹੀਨਾ ਪਹਿਲਾਂ ਹੀ ਇਸ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ, ਘਰਾਂ ਵਿੱਚ ਜਾਂ ਭਾਈਚਾਰਿਆਂ ਵਿੱਚ ਕੁਛ ਅਲੱਗ ਦਿੱਖ ਦਾ, ਅਲੱਗ ਖੁਸ਼ੀ ਦਾ ਜਿਹੜਾ ਮਾਹੌਲ ਆ ਉਹ ਦੇਖਣ ਨੂੰ ਉਹ ਸ਼ੁਰੂ ਹੋ ਜਾਂਦਾ ਆ। ਹੁਣ ਜੇ ਆਪਾਂ ਗੱਲ ਕਰੀਏ ਇਸ ਨੂੰ ਕਿਸਾਨੀ ਅੰਦੋਲਨ ਨੂੰ ਦੇਖਦੇ ਕਿ 26 ਤਰੀਕ ਜਿਹੜੀ ਹੁਣ ਮੂਹਰੇ ਆ ਰਹੀ ਆ ਨਵੰਬਰ ਦੀ, ਉਸ ਤਰੀਕ ਨੂੰ 1 ਸਾਲ ਹੋ ਜਾਣਾ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਉੱਤੇ ਬੈਠਿਆਂ ਨੂੰ। ਉਹ ਬਾਰਡਰਾਂ ਤੇ ਬੈਠੇ ਹੋਏ ਲੋਕਾਂ ਨੇ ਕਦੀ ਵੀ ਇਹ ਸੋਚਿਆ ਨਹੀਂ ਹੋਊਗਾ ਜਿਹੜੇ ਕਿ 26 ਤੇ 27 2 ਦਿਨ ਦਾ ਸਿਰਫ ਪ੍ਰਦਰਸ਼ਨ ਕਰਨ ਲਈ ਦਿੱਲੀ ਸਰਕਾਰ ਦੇ ਅੱਗੇ ਗਏ ਸੀ ਵੀ ਜਿਹੜੇ ਸਾਡੇ ਤੇ ਕਾਨੂੰਨ ਤੁਸੀਂ ਥੋਪੇ ਆ, ਕਿਰਪਾ ਕਰਕੇ ਉਹਨਾਂ ਨੂੰ ਵਾਪਸ ਲਓ ਤੇ ਅਸੀਂ ਆਪੋ ਆਪਣੇ ਪ੍ਰਦਰਸ਼ਨ ਕਰਕੇ ਘਰਾਂ ਨੂੰ ਮੁੜ ਜਾਣਾ। ਕਿਸੇ ਨੇ ਵੀ ਜਾਂ ਆਪਾਂ ਮੀਡੀਆ ਲਾਈਨ 'ਚ ਵੀ ਜਿੰਨੇ ਜੁੜੇ ਲੋਕ ਹੈ, ਕਿਸੇ ਨੇ ਸੋਚਿਆ ਨਹੀਂ ਹੋਊਗਾ ਵੀ ਇਹ ਅੰਦੋਲਨ ਇੰਨਾ ਲੰਬਾ ਚੱਲ ਜਾਊਗਾ। ਚਾਚਾ ਅਜੀਤ ਸਿੰਘ ਦੇ ਅੰਦੋਲਨ ਨੂੰ 9 ਮਹੀਨੇ ਦਾ ਸਮਾਂ ਦੱਸ ਕੇ ਆਪਾਂ ਲੋਕਾਂ ਦੇ ਵਿੱਚ ਇੱਕ ਗੱਲ ਕਰਦੇ ਸੀ ਵੀ ਬਹੁਤ ਵੱਡਾ ਅੰਗਰੇਜ਼ਾਂ ਦੇ ਖਿਲਾਫ ਉਸ ਵੇਲੇ ਅੰਦੋਲਨ ਚੱਲਿਆ ਸੀ, ਜਿਹਦੇ ਵਿੱਚ ਉਹਨਾਂ ਨੇ ਜਿੱਤ ਵੀ ਪ੍ਰਾਪਤ ਕੀਤੀ ਸੀਗੀ ਕਿ ਆਪਣੀਆਂ ਮੰਗਾਂ ਮਨਵਾਈਆਂ ਸੀ ਸਰਕਾਰ ਨੂੰ ਮੌਕੇ ਦੀ ਨੂੰ। ਪਰ ਇਹ ਸਰਕਾਰ ਜਿਹੜੀ ਇਸ ਵੇਲੇ ਚੱਲ ਰਹੀ ਪਿਛਲੇ 7 ਸਾਲ ਦੇ ਵਿੱਚ, ਜਿਹਨੂੰ ਲੀਡ ਭਾਜਪਾ ਭਾਰਤੀ ਜਨਤਾ ਪਾਰਟੀ ਕਰ ਰਹੀ ਆ, ਅਜੇ 11 ਮਹੀਨੇ ਹੋ ਗਏ ਨੇ, ਸਾਲ ਦੇ ਨੇੜੇ ਹੋਣ ਦਾ ਸਮਾਂ ਆ ਗਿਆ ਤੇ ਲੱਗ ਨਹੀਂ ਰਿਹਾ ਕਿ ਸਰਕਾਰ ਦੇ ਕੰਨ ਤੇ ਕਿਤੇ ਜੂੰ ਸਰਕੀ ਆ। ਜਿਸ ਤਰ੍ਹਾਂ ਹਜੇ ਤੱਕ ਕਿਸਾਨ ਜਥੇਬੰਦੀਆਂ ਨੇ ਆਪਣੇ ਵੱਲੋਂ ਖੁੱਲ੍ਹਾ ਓਪਨ ਸੱਦਾ ਦਿੱਤਾ ਹੋਇਆ ਜਾਂ ਆਪਣੀ ਸਾਈਡ ਖੁੱਲ੍ਹੀ ਰੱਖੀ ਹੈ ਵੀ ਸਰਕਾਰ ਜਦੋਂ ਵੀ ਸਾਨੂੰ 3 ਕਾਲੇ ਕਾਨੂੰਨਾਂ ਦੇ ਤਹਿਤ ਜਿਹੜਾ ਰੇੜਕਾ ਚੱਲ ਰਿਹਾ ਸਰਕਾਰ ਤੇ ਜਥੇਬੰਦੀਆਂ ਵਿਚਕਾਰ, ਸਾਨੂੰ ਸਾਦੇ ਅਸੀਂ ਜਾਵਾਂਗੇ। ਪਰ ਸਰਕਾਰ ਇਸ ਗੱਲ ਤੇ ਇਸ ਵੇਲੇ ਅੜੀ ਖੜੀ ਆ ਵੀ ਤੁਸੀਂ ਇਹਨੂੰ ਰੱਦ ਕਰਾਉਣ ਦੀ ਜਿਹੜੀ ਆ ਜਿੱਦ ਛੱਡ ਕੇ ਇਹ 'ਚ ਜਿਹੜੇ ਸੁਧਾਰ ਕਰਾਉਣ ਦੀ ਗੱਲ ਆ ਉਹ ਤੇ ਕਰਨੀ ਹੈ ਤੇ ਜਦੋਂ ਸਾਡੇ ਨਾਲ ਮਰਜ਼ੀ ਕਰ ਸਕਦੇ ਆ। ਜਿਹਦੇ ਨਾਲ ਦੇਖਿਆ ਕਿ ਪਿਛਲੇ ਦਿਨੀ ਜਿਹੜਾ ਬਿਆਨ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਆਇਆ, ਅਜੇ ਮਿਸ਼ਰਾ ਦਾ ਨਾਂ ਆਉਂਦਿਆਂ ਹੀ ਏਦਾਂ ਦੀ ਤਸਵੀਰ ਬਣ ਜਾਂਦੀ ਆ ਕਿ ਜਿਹਨੂੰ ਦੇਖ ਕੇ ਲਖੀਮਪੁਰ ਖੀਰੀ ਦੀ ਘਟਨਾ ਨੇ ਹੀਰ ਸਾਹਿਬ ਏਦਾਂ ਦਾ ਝੰਜੋੜਿਆ ਪਿਛਲੇ ਮਹੀਨੇ ਸਾਨੂੰ, ਸਾਰੀ ਦੁਨੀਆ ਨੂੰ, ਕਿ ਉਹ ਜਦੋਂ ਬਾਰ-ਬਾਰ ਵੀਡੀਓ ਦੇਖਦੇ ਸੀ ਕਿ ਥਾਰ ਗੱਡੀ ਕਿੱਦਾਂ ਕੁਚਲਦੀ ਜਾ ਰਹੀ ਆ ਵਿਰੋਧ ਕਰਕੇ ਵਾਪਸ ਆ ਰਹੇ ਕਿਸਾਨਾਂ ਨੂੰ, ਨੌਜਵਾਨਾਂ ਨੂੰ, ਜਿਹਦੇ ਵਿੱਚ 18 ਸਾਲ ਤੋਂ ਲੈ ਕੇ 35-40 ਸਾਲ ਤੱਕ, 50 ਸਾਲ ਤੱਕ ਦੇ ਜਿਹੜੇ ਆ 5 ਜਿਹੜੇ ਆ ਕਿਸਾਨ ਤੇ ਨਾਲ ਪੱਤਰਕਾਰ ਸ਼ਹੀਦ ਹੋਏ ਆ। ਇੱਕ ਭਾਰਤ ਦੇ ਇਤਿਹਾਸ ਵਿੱਚ ਇਹ ਵੱਡੀ ਗੱਲ ਹੋਊਗੀ ਕਿ ਇੱਕ ਕੇਂਦਰ ਦਾ ਗ੍ਰਹਿ ਰਾਜ ਮੰਤਰੀ ਹੋਵੇ, ਜਿਹਦੇ ਲੜਕੇ ਨੇ ਐਡੀ ਵੱਡੀ ਘਿਨਾਉਣੀ ਹੱਤਿਆ ਕੀਤੀ ਹੋਵੇ, ਐਡੇ ਵੱਡੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਹੋਵੇ ਤੇ ਅੱਜ ਉਹ ਫੇਰ ਵੀ ਉਸਦਾ ਖੁਦ ਦਾ ਨਾਂ 120 ਦੇ ਵਿੱਚ ਹੋਵੇ, ਕਿਉਂਕਿ ਉਹਨੇ ਵੀ ਇੱਕ ਭਾਸ਼ਣ ਏਦਾਂ ਦਾ ਦਿੱਤਾ ਸੀਗਾ ਜਿਹਦੇ ਕਰਕੇ ਇਸ ਘਟਨਾ ਦਾ ਮੁੱਢ ਵੱਜਾ। ਇਹ ਸਾਰੀ ਗੱਲ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਲੱਗਦਾ ਕਿ ਮੋਦੀ ਸਰਕਾਰ ਜਿੱਥੇ ਕਿਸਾਨਾਂ ਦੀ 1 ਸਾਲ ਤੋਂ ਕੋਈ ਸਾਰ ਨਹੀਂ ਲੈ ਰਹੀ, ਕੋਈ ਗੱਲ ਨਹੀਂ ਸੁਣ ਰਹੀ, ਤੇ ਉਸ ਮੰਤਰੀ ਨੂੰ ਵੀ ਅੱਜ ਜੇ ਸੱਦਾ ਦਿੱਤਾ ਗਿਆ ਵੀ ਆਓ ਤੁਹਾਡੇ ਨਾਲ ਗੱਲਬਾਤ ਕਰਦੇ ਆ, ਤੇ ਇਹ ਇੱਕ ਦੁਬਾਰਾ ਉਹਨਾਂ ਦੇ ਕਹਿ ਸਕਦੇ ਜ਼ਖਮਾਂ ਤੇ ਲੂਣ ਭੁੱਕਣ ਵਾਲੀ ਗੱਲ ਸਰਕਾਰ ਨੇ ਕੀਤੀ ਆ ਕਿ ਉਹ ਅੱਗੇ ਜਦੋਂ ਵੀ ਕੋਈ ਗੱਲਬਾਤ ਤੁਰਦੀ ਜਾਂ ਤਾਂ ਪਿਊਸ਼ ਜਿਹੜੇ ਹੈਗੇ ਆ ਮੰਤਰੀ, ਕੇਂਦਰੀ ਮੰਤਰੀ ਨੇ, ਤੇ ਉਸ ਤੋਂ ਬਾਅਦ ਪਿਊਸ਼ ਤੋਂ ਬਾਅਦ ਖੇਤੀ ਮੰਤਰੀ ਤੋਮਰ ਹੋ ਗਏ ਜਾਂ ਪੰਜਾਬ ਦੇ ਸਾਡੇ ਸੋਮ ਪ੍ਰਕਾਸ਼, ਇਹ 3 ਮੰਤਰੀ ਜਿਹੜੇ 12 ਦੌਰ ਦੀ ਮੀਟਿੰਗ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਰਹੇ ਆ। ਅਜੇ ਮਿਸ਼ਰਾ ਦਾ ਅਖਬਾਰਾਂ ਦੇ ਵਿੱਚ ਵੱਡੀ ਸੁਰਖੀ ਲਾ ਕੇ ਅੱਜ ਹੈਡਲਾਈਨ ਛਪਣੀ ਵੀ ਕਿਸਾਨਾਂ ਨੂੰ ਸੱਦਾ ਕੀਤਾ ਗਿਆ ਸੀ ਤੇ ਕਿਸਾਨਾਂ ਨੇ ਜਿੱਥੇ ਜਾਣ ਤੋਂ ਇਨਕਾਰ ਕਰ ਦਿੱਤਾ। ਉਹ ਜਿਹੜੇ ਜ਼ਖਮ ਜਿਹੜੇ ਸੀਗੇ ਪਿਛਲੇ 1 ਮਹੀਨੇ ਦੇ ਵਿੱਚ ਥੋੜੇ ਕਿਤੇ ਨੇੜੇ ਹੋਣ ਨੂੰ ਆਏ ਸੀਗੇ, ਅਜੇ ਮਿਸ਼ਰਾ ਤੋਂ ਇਹ ਬਿਆਨ ਦਵਾ ਕੇ ਸਰਕਾਰ ਨੇ ਦੁਬਾਰਾ ਉਸ ਜ਼ਖਮਾਂ ਨੂੰ ਹਰੇ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਅਜੇ ਮਿਸ਼ਰਾ ਨੂੰ ਹੁਣ ਕਿਸਾਨੀ ਅੰਦੋਲਨ ਦੀ ਗੱਲਬਾਤ ਕਰਨ ਲਈ ਹੀਰੋ ਬਣਾਇਆ ਜਾ ਰਿਹਾ। ਇਹਦੇ ਪਿੱਛੇ ਵੀ ਬਹੁਤ ਵੱਡੀਆਂ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਜਾਂ ਗੱਲਾਂ ਬਾਤਾਂ ਚੱਲਦੀਆਂ ਆ। ਆਉਣ ਵਾਲੇ ਦਿਨਾਂ 'ਚ ਦੇਖਦੇ ਆ ਕਿ ਇਸ ਮੀਟਿੰਗ ਨੂੰ ਲੈ ਕੇ ਸਰਕਾਰ ਨਾਲ ਚੱਲਦੀ ਜਾਂ ਨਹੀਂ ਚੱਲਦੀ, ਇਹਦੇ ਬਾਰੇ ਤਾਂ ਹਜੇ ਵੀ ਅਸਮੰਜਸ ਬਣਿਆ ਹੋਇਆ। ਪਰ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਲੋਹੜੀ, ਦੀਵਾਲੀ, ਦੁਸਹਿਰਾ ਜਾਂ ਧੁੱਪ ਕਹਿ ਸਕਦੇ ਆ 46 ਡਿਗਰੀ 47 ਡਿਗਰੀ ਤੱਕ ਵੀ ਆਪਣੇ ਪਿੰਡੇ ਤੇ ਸਹੀ ਆ, ਬਰਸਾਤ ਦੇ ਵਿੱਚ ਮੱਛਰ ਨੇ ਜਿਹੜਾ ਵੀ ਉੱਥੇ ਬਿਮਾਰੀ ਫੈਲਾਈ ਆ, ਉਸ ਤੋਂ ਬਾਅਦ ਏਜੰਸੀਆਂ ਨੇ ਜਿਹੜੀਆਂ ਘਿਨਾਉਣੀਆਂ ਘਟਨਾਵਾਂ ਆਪਾਂ ਪਿਛਲੇ ਦਿਨ ਵੀ ਦੇਖੀਆਂ ਉੱਥੇ ਕਟਵਾਈਆਂ ਨੇ, ਇਹ ਸਾਰੀਆਂ ਦੇ ਵਿੱਚੋਂ ਹਜੇ ਤੱਕ ਸੰਯੁਕਤ ਮੋਰਚਾ ਆਪਣੇ ਅੰਦੋਲਨ ਨੂੰ ਬਚਾ ਕੇ ਜਿਸ ਤਰ੍ਹਾਂ ਹਜੇ ਵੀ ਦਿੱਲੀ ਦੇ ਦਰਵਾਜ਼ਿਆਂ ਤੇ ਖੜਾ ਆ ਤੇ ਸ਼ਾਬਾਸ਼ੀ ਦੇਣੀ ਬਣਦੀ ਆ। ਬਹੁਤ ਕਮੀਆਂ ਵੀ ਲੋਕ ਕੱਢਦੇ ਨੇ ਲੀਡਰਾਂ ਦੇ ਵਿੱਚ ਵੀ 32 ਚਾਹਾਂ ਕਮੀਆਂ ਨੇ, 40 ਚਾਹਾਂ ਕਮੀਆਂ ਨੇ, ਪਰ ਐਡੇ ਅੰਦੋਲਨ ਨੂੰ, ਐਡੇ ਵੱਡੇ ਜਨ ਸਮੂਹ ਨੂੰ ਇਕੱਠੇ ਕਰਕੇ 1 ਸਾਲ ਲਈ ਰੱਖਣਾ, ਇਹ ਵੀ ਕਿਤੇ ਨਾ ਕਿਤੇ ਜਥੇਬੰਦੀਆਂ ਲਈ ਬਹੁਤ ਵੱਡੀ ਚੁਣੌਤੀ ਸੀ। ਹਜੇ ਡਟੇ ਖੜੇ ਨੇ ਕਿਸਾਨ। ਦੇਖਦੇ ਆ ਕਿ ਜਿਹੜੇ ਲੋਕ ਅੱਜ ਉੱਥੇ ਅੱਜ ਦੀ ਰਾਤ ਚਾਹੇ ਸਿੰਘੂ ਬਾਰਡਰ ਆ, ਚਾਹੇ ਟਿਕਰੀ ਬਾਰਡਰ, ਗਾਜੀਪੁਰ ਬਾਰਡਰ, ਸ਼ਾਹਜਹਾਂਪੁਰ ਬਾਰਡਰ ਆ, ਜਿਹੜੇ ਲੋਕ ਅੱਜ ਜਿਹੜੇ ਆਪਣੇ ਬੱਚਿਆਂ ਦੇ ਵਿੱਚੋਂ, ਆਪਣੇ ਪਰਿਵਾਰਾਂ ਦੇ ਵਿੱਚੋਂ
ਉਹਨਾਂ ਨੂੰ ਕੱਲਾ ਛੱਡ ਕੇ ਅੱਜ ਉਹ ਬਾਰਡਰਾਂ ਦੇ ਉੱਤੇ ਬੈਠ ਕੇ ਅੱਜ ਦੀ ਦੀਵਾਲੀ ਉੱਥੇ ਦੇਖਣਗੇ, ਉਹਨਾਂ ਲਈ ਸਮਾਂ ਇਹ ਕਹਿ ਸਕਦੇ ਕਿ ਬਹੁਤ ਖੁਸ਼ਨੁਮਾ ਤਾਂ ਭਾਵੇਂ ਨਾ ਹੋਵੇ, ਪਰ ਇਹ ਇਤਿਹਾਸ ਦੇ ਵਿੱਚ ਜਿਹੜੇ ਪੰਨੇ ਲਿਖੇ ਜਾਣੇ ਨੇ, ਇਹ ਇਤਿਹਾਸ ਦੇ ਪੰਨੇ ਜਿਵੇਂ ਚਾਚਾ ਅਜੀਤ ਸਿੰਘ ਦੇ ਅੰਦੋਲਨ ਨੂੰ ਅਸੀਂ ਯਾਦ ਕਰਦੇ ਹਾਂ, ਜੇਪੀ ਦੇ ਅੰਦੋਲਨ ਨੂੰ ਯਾਦ ਕਰਦੇ ਹਾਂ, ਚੌਧਰੀ ਚਰਨ ਸਿੰਘ ਦੇ ਅੰਦੋਲਨਾਂ ਨੂੰ ਯਾਦ ਕਰਦੇ ਹਾਂ, ਇਹ ਸਰ ਛੋਟੂ ਰਾਮ ਦੇ ਅੰਦੋਲਨਾਂ ਨੂੰ ਯਾਦ ਕਰਦੇ ਹਾਂ। ਤੇ ਇਹ ਜਿਹੜੇ ਅੱਜ ਦੇ ਜਿਹੜੇ ਯੋਧੇ ਨੇ ਕਿਸਾਨੀ ਅੰਦੋਲਨ ਤੇ ਜਿਹੜੇ ਬਾਰਡਰਾਂ ਤੇ ਬੈਠ ਕੇ ਅੱਜ ਦੀਵਾਲੀ ਮਨਾਉਣਗੇ, ਘੱਟੋ ਘੱਟ ਇਹਨਾਂ ਨੂੰ ਵੀ ਉਸ ਲਾਈਨ ਦੇ ਵਿੱਚ ਖੜੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਵਿੱਚ ਦਰਸਾਇਆ ਜ਼ਰੂਰ ਜਾਵੇਗਾ। ਜੀ ਜੀ, ਇਹ ਬਿਲਕੁਲ ਜੀ, ਇਸ ਤਰ੍ਹਾਂ ਦੀਆਂ ਵੀ ਖਬਰਾਂ ਕੁਝ ਮੀਡੀਆ ਤੇ ਅੱਜ ਦੇ ਕੁਝ ਮੀਡੀਆ ਨੇ ਬੜੀਆਂ ਇਮੋਸ਼ਨਲ ਸਟੋਰੀਜ਼ ਜਿਹੜੀਆਂ ਨੇ ਕਿਸਾਨਾਂ ਦੀਆਂ ਲਿਖੀਆਂ ਨੇ। ਇੱਕ ਕਿਸਾਨ ਦੀ ਉਹ ਕਹਾਣੀ ਲਿਖ ਰਹੇ ਨੇ ਕਿ 85 ਸਾਲਾ ਬਜ਼ੁਰਗ ਨਛੱਤਰ ਸਿੰਘ ਨੇ, ਉਹ ਕਹਿੰਦੇ ਨੇ ਕਿ ਜਦੋਂ ਦਾ ਅੰਦੋਲਨ ਜਿਸ ਦਿਨ ਦਾ ਸ਼ੁਰੂ ਹੋਇਆ, ਸਿਰਫ 5 ਦਿਨ ਆਪਣੇ ਪਿੰਡ ਗਏ ਸੀ, ਉਹ ਵੀ ਉਹਨਾਂ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਤੇ ਉਹਨਾਂ ਦੇ ਨਾਲ ਦੇ ਨੇ ਕਿਹਾ ਕਿ ਤੁਸੀਂ ਜਾ ਕੇ ਪਿੰਡ ਇਲਾਜ ਆਪਣਾ ਕਰਵਾ ਲਓ। ਤੇ ਉਹ ਉੱਥੇ ਬੈਠੇ ਉਹਨੂੰ ਕਹਿੰਦੇ ਨੇ ਕਿ ਜਾਂ ਤੇ ਮੈਂ ਜਿੱਤ ਕੇ ਜਾਵਾਂਗਾ ਤੇ ਜਾਂ ਤੇ ਮੈਂ ਜਿਉਂਦੇ ਜੀ ਇੱਥੋਂ ਵਾਪਸ ਨਹੀਂ ਜਾਣਾ। ਔਰ ਇਸ ਤਰ੍ਹਾਂ ਦੇ ਜਜ਼ਬੇ ਵਾਲੇ ਦੇਖੋ 85 ਸਾਲਾ ਬਜ਼ੁਰਗ ਹੈ ਜਿਸਨੇ ਆਪਣੀ ਜ਼ਿੰਦਗੀ ਹੰਢਾਈ ਹੋਈ ਹੈ, ਦੁਨੀਆ ਦੇਖੀ ਹੋਈ ਹੈ, 1947 ਵੇਖਿਆ ਹੋਵੇਗਾ। ਇਸ ਤਰ੍ਹਾਂ ਦੇ ਸੰਤਾਪ ਜਿਹੜੇ ਨੇ ਹੰਢਾਏ ਹੋਣਗੇ ਪਿੰਡੇ ਤੇ, ਉਹ ਅੱਜ ਬਾਰਡਰਾਂ ਤੇ ਬੈਠ ਕੇ ਸਰਕਾਰ ਵੱਲੋਂ ਮੂੰਹ ਚੁੱਕ ਕੇ ਦੇਖ ਰਿਹਾ ਕਿ ਸਾਨੂੰ ਕੋਈ ਗੱਲਬਾਤ ਦਾ ਸੱਦਾ ਆਵੇਗਾ। ਤੇ ਅਜੇ ਮਿਸ਼ਰਾ ਸੱਦਾ ਦੇ ਰਿਹਾ ਕਿਸਾਨਾਂ ਨੂੰ। ਮੈਨੂੰ ਇੱਕ ਦੱਸੋ, ਤੁਸੀਂ ਕਿਸਾਨੀ ਦੇ ਵਿੱਚ ਅੰਦੋਲਨ 'ਚ ਇੰਨਾ ਲਾਗਿਓਂ ਸ਼ਾਮਲ ਰਹੇ ਹੋ, ਬਦਕਿਸਮਤੀ ਰਹੀ ਹੈ ਸਾਡੀ ਕੌਮਾਂ ਦੀ ਕਿ ਜਿੱਥੇ ਰੂਹਦਾਰ ਜਜ਼ਬੇ ਵਾਲੇ ਵਧੀਆ ਲੋਕ ਜਿਹੜੇ ਵਾਕਈ ਕੌਜ਼ ਲਈ ਅੱਗੇ ਜਾ ਰਹੇ ਨੇ, ਕੁਝ ਕਰਨਾ ਚਾਹੁੰਦੇ ਨੇ, ਲੋਚਦੇ ਨੇ, ਉਹਨਾਂ ਦੇ ਨਾਲ ਨਾਲ ਕੁਝ ਇਹੋ ਜਿਹੇ ਅਨਸਰ ਵੀ ਹੁੰਦੇ ਨੇ ਜਿਹੜੇ ਵਿੱਚੋਂ ਤਾਰਪੀਡੋ ਕਰਨ ਦੀ ਤਿਆਰੀ ਰੱਖਦੇ ਨੇ, ਜਿਹੜੇ ਵਿੱਚੋਂ ਕਹਿੰਦੇ ਨੇ ਕਿ ਕੁਝ ਨਾ ਕੁਝ ਸਾਨੂੰ ਲੱਭ ਜਾਵੇ। ਸਰਕਾਰਾਂ ਦੇ ਆਪਣੇ ਬਾੜੇ ਹੋਏ ਕਈ ਵਾਰੀ ਬੰਦੇ ਕਈ ਫਿਰਕਿਆਂ ਦੇ ਹੋ ਜਾਂਦੇ ਨੇ, ਕਿਸੇ ਜ਼ਾਤ ਨਾਲ, ਧਰਮ ਨਾਲ, ਕਿਸੇ ਕਿਸਾਨੀ ਨਾਲ ਕੋਈ ਉਹਨਾਂ ਦਾ ਦੂਰ ਦਾ ਸੰਬੰਧ ਨਹੀਂ ਹੁੰਦਾ, ਪਰ ਉਹਨਾਂ ਨੂੰ ਅੱਗੇ ਲੈ ਆਂਦਾ ਜਾਂਦਾ ਏਜੰਸੀਆਂ ਦੁਆਰਾ। ਹੋ ਸਕਦਾ ਤੁਹਾਨੂੰ ਲੱਗਦਾ ਹੈ ਕਿ ਕੋਈ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਜਿਵੇਂ ਕਈ ਵਿੱਚੋਂ ਉੱਠਦੇ ਨੇ ਕਿ ਅਸੀਂ ਵੀ ਕਿਸਾਨ ਆ ਜੀ, ਸਾਨੂੰ ਤੇ ਕਾਨੂੰਨ ਬੜੇ ਪਸੰਦ ਨੇ, ਇਸ ਤਰ੍ਹਾਂ ਦੀਆਂ ਗੱਲਾਂ ਵੀ ਸ਼ੁਰੂ ਹੋਈਆਂ। ਤੇ ਅਜੇ ਮਿਸ਼ਰਾ ਨੇ ਤੇ ਬਿਆਨ ਦੇ ਦਿੱਤਾ ਤੇ ਹੋ ਸਕਦਾ ਕੋਈ 2 4 5 7 ਵਿਕਾਊ ਮਾਲ ਜਿਹੜੇ ਹੁਣ ਉੱਥੇ ਦੇ ਲੋਕਲ ਜਾਂ ਕੋਈ ਹੋਰ ਆਸੇ ਪਾਸੇ ਦੇ ਵਿੱਚ ਜਾ ਕੇ ਮਿਲ ਵੀ ਆਉਣ, ਲਓ ਜੀ ਅਸੀਂ ਤੇ ਮਿਸ਼ਰਾ ਸਾਹਿਬ ਨਾਲ ਗੱਲਬਾਤ ਕਰ ਲਈ ਹੈ। ਇਸ ਤਰ੍ਹਾਂ ਦੇ ਹੋ ਵੀ ਜਾਂਦਾ। ਬਿਲਕੁਲ ਬਿਲਕੁਲ ਅਹੀਰ ਸਾਹਿਬ, ਜਿਹੜੀ ਗੱਲ ਤੁਸੀਂ ਕਰ ਰਹੇ ਆ ਕਿ ਸਰਕਾਰ ਦੀਆਂ ਏਜੰਸੀਆਂ ਪਿੱਛੇ ਕਿੱਦਾਂ ਕੰਮ ਕਰਦੀਆਂ ਆ, ਉਹ ਸਾਡੇ ਸਾਹਮਣੇ 26 ਜਨਵਰੀ ਦੀ ਘਟਨਾ ਆ। ਜਿਹੜੇ ਗਰਮ ਖਿਆਲੀਏ ਖਾਸ ਕਰਕੇ, ਕਿਉਂਕਿ ਸੰਯੁਕਤ ਮੋਰਚਾ ਪਹਿਲੇ ਦਿਨ ਤੋਂ ਕਹਿ ਰਿਹਾ ਵੀ ਸਾਡੇ ਨਾਲ ਹਰਿਆਣੇ ਦੇ ਉੱਥੇ ਹਿੰਦੂ ਵੀਰ ਵੀ ਬੈਠੇ ਨੇ, ਸਾਡੇ ਨਾਲ ਮੁਸਲਿਮ ਭਾਈਚਾਰਾ ਵੀ ਬੈਠਾ ਆ, ਜਿਨ੍ਹਾਂ ਨੂੰ ਕਿਸੇ ਧਰਮ ਨਾਲ ਕੋਈ ਜ਼ਿਆਦਾ ਲੈਣ ਦੇਣ ਨਹੀਂ, ਪਰ ਉਹ ਕਿਸਾਨੀ ਦੇ ਅੰਦੋਲਨ ਤੇ ਪੰਜਾਬ ਦੇ ਮੋਢੇ ਨਾਲ ਮੋਢਾ ਲਾ ਕੇ ਲੋਕ ਖੜੇ ਨੇ। ਉੱਥੇ ਹਰ ਬੰਦਾ ਦੇਖੋ, ਸਿੱਖ ਧਰਮ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਕ੍ਰਿਤ ਮੰਨੀਆਂ ਜਾਂਦੀਆਂ ਆ, ਖਾਸ ਕਰਕੇ ਹੁੱਕਾ ਬੀੜੀ ਨੂੰ ਜੇਬ ਆ, ਪਰ ਉੱਥੇ ਸਾਲ ਤੋਂ ਬੈਠ ਕੇ ਸਾਰਾ ਭਾਈਚਾਰਾ ਇਕੱਠਾ ਆਪੋ ਆਪਣੀ ਰਸਮ ਦੇ ਨਾਲ ਆਪਣਾ ਜੀਵਨ ਨਿਰਵਾਹ ਜਿੱਦਾਂ ਵੀ ਟਾਈਮ ਪਾਸ ਹੁੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਸ਼ਾਮ ਤੋਂ ਲੈ ਕੇ ਰਾਤ ਤੱਕ ਕਰਦੇ ਨੇ। ਉਹ ਇਹ ਗੱਲਾਂ ਨੂੰ ਬਹੁਤ ਛੋਟੀਆਂ ਰਹਿ ਗਈਆਂ ਆ ਜਿਹੜੀਆਂ ਸਾਡੀਆਂ ਕੋਈ ਸਮਾਜਿਕ ਆ, ਪਰ ਉੱਥੇ ਭਾਈਚਾਰਾ ਸਾਡਾ ਇੱਕ ਹੋਇਆ। ਜਿਹੜੀਆਂ ਤੁਸੀਂ ਗੱਲ ਕਰਦੇ ਆ ਕਿ 26 ਜਨਵਰੀ ਦੀ ਘਟਨਾ ਹੋ ਜਾਣੀ, ਆ ਜਿਹੜੀ ਪਿਛਲੇ ਦਿਨੀ ਸਿੰਘੂ ਬਾਰਡਰ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਘਟਨਾ ਹੋਈ ਆ, ਬਾਅਦ ਵਿੱਚ ਉਹਨਾਂ ਨਿਹੰਗ ਸਿੰਘਾਂ ਦੀ ਜਿਹੜੀ ਆ ਮੰਤਰੀ ਦੇ ਨਾਲ ਫੋਟੋ ਆਉਣੀ, ਪਿੰਕੀ ਕੈਟ ਦੇ ਨਾਲ ਫੋਟੋ ਆਉਣੀ, ਇਹ ਇਸ਼ਾਰਾ ਦਿੰਦੀਆਂ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰ ਜਿੱਥੇ ਕਿਤੇ ਨਾ ਕਿਤੇ ਚਾਹੇ ਸਤਿਆਪਾਲ ਮਲਿਕ ਨੇ, ਚਾਹੇ ਬੀਜੇਪੀ ਦੇ ਹੋਰ ਲੀਡਰ ਨੇ, ਜਿਨ੍ਹਾਂ ਦੀ ਮੰਨਦਾ ਤਾਂ ਕੋਈ ਨਹੀਂ ਹੈਗਾ, ਚਾਹੇ ਵਰੁਣ ਗਾਂਧੀ ਨੇ, ਚਾਹੇ ਮੇਨਕਾ ਗਾਂਧੀ ਨੇ, ਪਰ ਉਹ ਕਿਤੇ ਨਾ ਕਿਤੇ ਆਵਾਜ਼ ਉਠਾ ਰਹੇ ਆ ਵੀ ਜੋ ਹੋ ਰਿਹਾ ਕਿਸਾਨਾਂ ਦੇ ਨਾਲ ਗਲਤ ਹੋ ਰਿਹਾ, ਸਰਕਾਰ ਨੂੰ ਕੁਛ ਸੋਚਣਾ ਚਾਹੀਦਾ। ਪਰ ਏਜੰਸੀਆਂ ਜਿਹੜੀਆਂ ਆ ਉਹ ਸਰਕਾਰ ਦੀਆਂ ਇਹ ਕੋਸ਼ਿਸ਼ ਕਰ ਰਹੀਆਂ ਵੀ ਅੰਦੋਲਨ ਕਿਸੇ ਤਰ੍ਹਾਂ ਏਦਾਂ ਹੀ ਖਿੰਡ ਪੁੰਡ ਜਾਵੇ। ਜੇਕਰ ਕੋਈ ਧਰਮ ਦਾ ਸਹਾਰਾ ਲੈ ਕੇ ਜਾਂ ਕੋਈ ਆਪਣੀ ਰਾਜਨੀਤੀ ਸਾਧਣ ਲਈ ਇਸ ਅੰਦੋਲਨ ਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾਉਣਾ ਚਾਹੁੰਦਾ, ਸ਼ਾਇਦ ਕੋਈ ਕਾਮਯਾਬ ਹਜੇ ਤੱਕ ਸਾਲ ਦੇ ਵਿੱਚ ਹੋਇਆ ਨਹੀਂ ਹੈਗਾ। ਜਿਸ ਤਰ੍ਹਾਂ ਸੱਚ ਦੇ ਵਿੱਚ ਕੋਈ ਨਾ ਕੋਈ ਰੱਬ ਹੁੰਦਾ ਹੈ ਨਾ ਹੀਰ ਸਾਹਿਬ, ਅੰਦੋਲਨ ਦੇ ਵਿੱਚ ਕਿਤੇ ਨਾ ਕਿਤੇ ਜੋ ਅਸੀਂ 9-10 ਮਹੀਨੇ ਤੋਂ ਪਿਛਲਾ ਦੇਖਿਆ, ਕੁਝ ਸੱਚਾਈ ਦੇ ਵਿੱਚ ਰੱਬ ਜ਼ਰੂਰ ਹੈਗਾ ਜਿਹੜਾ ਹਜੇ ਤੱਕ ਅੰਦੋਲਨ ਬਚਿਆ ਖੜਾ। ਨਹੀਂ ਤਾਂ ਐਡੀ ਵੱਡੀ ਕਹਿ ਸਕਦੇ ਹਾਂ ਕਿ ਸਰਕਾਰ ਹੋਵੇ ਤਾਂ ਐਡੀ ਵੱਡੀ ਦੁਨੀਆ ਦੀ ਆਪਣੇ ਆਪ ਨੂੰ 1 ਨੰਬਰ ਪਾਰਟੀ ਕਹਿੰਦੀ ਹੋਵੇ, ਉਹਦੇ ਨਾਲ ਮੱਥਾ ਲਾਉਣਾ ਸੌਖਾ ਨਹੀਂ ਹੈਗਾ। ਪਰ ਕਿਤੇ ਨਾ ਕਿਤੇ ਅੰਦੋਲਨ ਦੇ ਵਿੱਚ ਕੁਦਰਤ ਦਾ ਕੋਈ ਨਾ ਕੋਈ ਵਰਤਾਰਾ ਜ਼ਰੂਰ ਹੈਗਾ। ਜੀ ਜੀ, ਬਿਲਕੁਲ ਜੀ, ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਈ ਮੁੱਦਿਆਂ ਤੇ ਗੱਲਬਾਤ ਜੇ ਕਰਨੀ ਹੈ। ਥੋੜ੍ਹੀ ਜਿਹੀ ਕਿਸਾਨ ਅੰਦੋਲਨ ਦੀ ਵੀ ਮੇਰੇ ਦਿਲ ਵਿੱਚ ਅਜੇ ਹੈ, ਕਿਉਂਕਿ ਦੀਵਾਲੀ ਸਾਰੇ ਅਸੀਂ ਆਖ ਰਹੇ ਹਾਂ ਤੇ ਇੱਕ ਫੈਸਟੀਵਿਟੀ ਮੋਡ ਦੇ ਵਿੱਚ ਅਸੀਂ ਆਏ ਹੋਏ ਹਾਂ। ਪਰ ਜਰਾ ਇੱਕ ਨਜ਼ਰ ਮਾਰਨੀ ਹੈ ਉਹਨਾਂ ਵੱਲ ਜੋ ਇਸ ਵੇਲੇ ਵੀ ਅੱਜ ਵੀ ਜਿਹੜੇ ਨੇ ਸ਼ਾਮ ਰਾਤ ਜਿਨ੍ਹਾਂ ਨੇ ਬਾਰਡਰਾਂ ਤੇ ਬਿਤਾਉਣੀਆਂ। ਇੱਕ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ ਜੀ।
ਵਿਚਾਰ ਚਰਚਾ ਪ੍ਰੋਗਰਾਮ ਵਿੱਚ ਫਿਰ ਤੋਂ ਆਪ ਜੀ ਦਾ ਸਵਾਗਤ ਕਰਦੇ ਹਾਂ। ਬਿਲਗਾ ਸਾਹਿਬ, ਅੱਗੇ ਚੱਲਦੇ ਹਾਂ। ਕਿਸਾਨ ਅੰਦੋਲਨ ਦੀ ਥੋੜ੍ਹੀ ਜਿਹੀ ਗੱਲਬਾਤ ਕਿ ਜੋ ਦਿੱਲੀ ਮੋਰਚੇ ਤੇ ਇਸ ਵੇਲੇ ਹਾਲਾਤ ਨੇ, ਜਿਸ ਤਰ੍ਹਾਂ ਪੂਰੇ ਦਾ ਪੂਰਾ ਮੌਸਮ ਨੇ ਗੇੜਾ ਖਾ ਲਿਆ ਕਿ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਸ਼ੁਰੂ ਹੋਇਆ ਤੇ ਹਰ ਰੁੱਤ ਜਿਹੜੀ ਆ ਉੱਥੇ ਅੰਦੋਲਨ ਦੇਖ ਰਹੀ ਹੈ। ਇਸ ਵਾਰੀ ਬਰਸਾਤ ਵੀ ਜ਼ਿਆਦਾ ਪਈ ਹੈ। ਜੀ ਹੁਣ ਇਹ ਦੱਸੋ ਕਿ ਜਿਹੜੇ ਲਫ਼ਜ਼ ਕਿਤੇ ਆਉਂਦੇ ਸੀ ਕਿ ਉੱਥੇ ਪਿਕਨਿਕ ਤੇ ਗਏ ਹੋਏ ਨੇ, ਕਿ ਉੱਥੇ ਮੌਜ ਮੇਲੇ ਤੇ ਗਏ ਹੋਏ ਨੇ, ਉੱਥੇ ਤੇ ਲੰਗਰ ਚੱਲ ਰਹੇ ਨੇ, ਉੱਥੇ ਤੇ ਆਹ ਹੋ ਰਿਹਾ ਉਹ ਹੋ ਰਿਹਾ, ਮਾੜਾ ਜਿਹਾ ਉਸ ਦਾ ਸਾਰਾ ਵਿਸਥਾਰ ਸਾਨੂੰ ਦੱਸੋ। ਤੁਸੀਂ ਔਨ ਗਰਾਊਂਡ ਹਕੀਕਤ ਦੇਖੀ ਹੈ ਕਿ ਅਸੀਂ ਇਹ ਵੀ ਕਹਿੰਦੇ ਆ ਕਿ ਅਸੀਂ ਜਦੋਂ ਜੇ ਪਿਕਨਿਕ ਤੇ ਵੀ ਗਏ ਹੋਈਏ, ਫਰਜ਼ ਕਰੋ ਪਹਾੜਾਂ ਨੂੰ ਜਾਂ ਕਿਤੇ ਹੋਰ ਥਾਂ ਜਾਂਦੇ ਹਾਂ ਅਸੀਂ, ਤੇ 2-3 ਦਿਨ ਦੇ ਵਿੱਚ ਸਾਡਾ ਮਨ ਅੱਕ ਜਾਂਦਾ, ਸਾਡਾ ਦਿਲ ਅੱਕ ਜਾਂਦਾ। ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਘਰ ਨੂੰ ਵਾਪਸ ਜਾਈਏ, ਤੇ ਉੱਥੇ ਤੇ ਸੜਕਾਂ ਤੇ ਸੁੱਤੇ ਪਏ ਆ, ਟੈਂਟ ਲੱਗੇ ਹੋਏ ਨੇ, ਘੱਟਾ ਹੈ, ਮਿੱਟੀ ਹੈ, ਟ੍ਰੈਫਿਕ ਵੀ ਉਹ ਕਾਫੀ ਹੱਦ ਤੱਕ ਖੋਲ ਦਿੱਤੀ ਹੈ, ਗਰਮੀ ਵੀ ਝੱਲੀ ਹੈ, ਹੁਣ ਸਿਆਲ ਵੀ ਆ ਰਿਹਾ ਤੇ ਸਰਕਾਰ ਇੱਕ ਵੀ ਜਿਹੜਾ ਸੱਦਾ ਹੈ ਕਿਸਾਨਾਂ ਨੂੰ ਨਹੀਂ ਦੇ ਸਕੀ। ਇਹਦੇ ਬਾਰੇ ਥੋੜਾ ਜਿਹਾ ਔਨ ਗਰਾਊਂਡ ਦੱਸੋ ਕਿ ਪਹਿਲਾਂ ਤਾਂ ਦੱਸੋ ਕਿ ਮੇਲਾ ਹੈ ਜਾਂ ਅੰਦੋਲਨ ਹੈ। ਹੀਰ ਸਾਹਿਬ, ਸਭ ਨੂੰ ਵੱਡਾ ਇਸ ਗੱਲ ਦਾ ਜਿਹੜਾ ਤੁਸੀਂ ਸਵਾਲ ਕੀਤਾ, ਉਹਦਾ ਜਵਾਬ ਉਹ ਬੰਦੇ ਨੂੰ ਜੇ ਕੋਈ ਲੈਣਾ ਚਾਹਵੇ ਤਾਂ ਉਹਨੂੰ ਘੱਟੋ ਘੱਟ ਪੰਜਾਬ ਤੋਂ ਚੱਲੀਏ ਤਾਂ 800-850 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ ਤਕੁਨੀਆ ਵਾਲਾ, ਜਿੱਥੇ ਇਹ ਘਟਨਾ ਵਾਪਰੀ ਆ, ਜਿੱਥੇ 18-18 ਸਾਲ ਦੇ ਲੋਕਾਂ ਦੇ ਕੱਲੇ ਪੁੱਤ, ਜਿਹਨਾਂ ਕੋਈ ਦੂਸਰਾ ਭਰਾ ਵੀ ਹੈ ਨਹੀਂਗਾ, ਕੱਲੇ ਪੁੱਤ ਜਿਹੜੇ ਆ ਉਹ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਆਪਣੇ ਜਾਨਾਂ ਦੀ ਹੂਤੀ ਦੇਖ ਕੇ ਉਹ ਇੱਕ ਵਾਰੀ ਉੱਥੇ ਘਟਨਾ ਤੇ ਜਾ ਕੇ ਮੌਕੇ ਤੇ 5 ਮਿੰਟ ਖੜ ਕੇ ਆਉਣ ਕੇ ਦੇਖਣ ਜ਼ਰੂਰ, ਫੇਰ ਆਣ ਕੇ ਕਹਿਣ ਵੀ ਇਹ ਅੰਦੋਲਨ ਜਿਹੜਾ ਆ, ਇਹ ਅੰਦੋਲਨ ਵਾਕਿਆ ਪਿਕਨਿਕ ਆ ਕਿ ਜਾਂ ਇਹ ਅੰਦੋਲਨ ਨੂੰ ਜਿਹੜਾ ਇੱਥੇ ਤੱਕ ਸਿੰਜ ਕੇ ਹੁਣ ਤੱਕ ਸਾਲ ਦਾ ਸਮਾਂ ਸਫ਼ਰ ਤੈਅ ਕਰਕੇ ਆਇਆ, ਕਿ ਇਹ ਅੰਦੋਲਨ ਇੱਕ ਭਗਤੀ ਆ। ਮੈਂ ਇਸ ਗੱਲ ਨੂੰ ਭਗਤੀ ਕਹੂੰਗਾ ਕਿ ਜਿਹੜੀ ਉਹ ਸਾਲ ਤੋਂ ਕਿਸਾਨ ਉੱਥੇ ਬੈਠੇ ਕਰ ਰਹੇ ਨੇ। ਦੂਸਰੀ ਗੱਲ ਆ ਵੀ ਜਿਨ੍ਹਾਂ ਲੋਕਾਂ ਨੇ ਕਿਸੇ ਚੀਜ਼ ਨੂੰ ਭੰਡਣਾ ਮਤਲਬ ਮੰਨ ਨਹੀਂ ਲਿਆ, ਖਾਸ ਕਰਕੇ ਆਪਾਂ ਜੇ ਕਹਿ ਦਈਏ ਕਿ ਸਰਕਾਰ ਪੱਖੀ ਮੀਡੀਆ, ਜਾਂ ਜਿਹਨੂੰ ਅੱਜ ਕੱਲ੍ਹ ਗੋਦੀ ਮੀਡੀਆ ਕਹਿੰਦੇ ਨੇ, ਜੇਕਰ ਉਹਨਾਂ ਨੇ ਬਿਲਕੁਲ ਇਸ ਗੱਲ ਦੀ ਸਹੁੰ ਖਾ ਲਈ ਆ ਵੀ ਅਸੀਂ ਅੰਦੋਲਨ ਦਾ ਕੋਈ ਚੰਗਾ ਪੱਖ ਦਿਖਾਉਣਾ ਹੀ ਨਹੀਂ ਹੈਗਾ, ਫਿਰ ਤਾਂ ਕੋਈ ਹੱਲ ਹੋ ਨਹੀਂ ਸਕਦਾ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਬੰਦਾ 3-4 ਦਿਨ ਭਾਵੇਂ ਸ਼ਿਮਲੇ ਚੱਲ ਜਾਵੇ, ਕਿਤੇ ਪਿਕਨਿਕ ਤੇ ਚੱਲ ਜਾਵੇ, ਜੰਮੂ ਕਸ਼ਮੀਰ ਦੀਆਂ ਵਾਦੀਆਂ 'ਚ ਚੱਲ ਜਾਵੇ, ਪਰ ਕਿਤੇ ਨਾ ਕਿਤੇ 25-4 ਦਿਨ ਹੀ ਤਾਂ ਉਹਦਾ ਇਹੀ ਮਨ ਕਰਦਾ ਵੀ ਯਾਰ ਬਹੁਤ ਦਿਨ ਹੋ ਗਏ, ਮੈਂ ਹੁਣ ਆਪਣੇ ਘਰ ਨੂੰ ਵਾਪਸ ਜਾਵਾਂ, ਘਰ ਨੂੰ ਚਾਲੇ ਪਾਵਾਂ। ਇਹ ਜਿਹੜੀ ਤੁਸੀਂ ਸਵਾਲ ਕੀਤਾ ਬਹੁਤ ਵੀ ਵਾਜਬ ਆ, ਤੇ ਅੱਜ ਉਹਨਾਂ ਲੋਕਾਂ ਨੂੰ ਸੋਚ ਲੈਣਾ ਚਾਹੀਦਾ ਵੀ 700 ਤੋਂ ਉੱਪਰ ਦੇ ਕਿਸਾਨ ਜਿਹੜੇ ਆ ਉਹ ਆਪਣੇ ਪਰਿਵਾਰਾਂ ਨੂੰ ਇਸ ਅੰਦੋਲਨ ਦੇ ਵਿੱਚ ਛੱਡ ਕੇ ਜਾ ਚੁੱਕੇ ਆ, ਜਿਨ੍ਹਾਂ ਨੇ ਦੀਵਾਲੀ ਦੀਆਂ, ਲੋਹੜੀ ਦੀਆਂ ਰਾਤਾਂ ਜਿਹੜੀਆਂ ਆ ਉਹ ਅੱਜ ਬਾਰਡਰਾਂ ਤੇ ਪਹਿਲਾਂ ਬਿਤਾਈਆਂ, ਲੋਹੜੀ ਦੀਆਂ ਤਾਂ ਅੱਜ ਦੀਵਾਲੀ ਦੀਆਂ ਬਿਤਾਉਣੀਆਂ ਆ। ਕਿਤੇ ਉਹਨਾਂ ਦੇ ਘਰਾਂ ਦੇ ਵਿੱਚ ਝਾਤੀ ਮਾਰ ਕੇ ਦੇਖੋ, ਉਹਨਾਂ ਦੇ ਵੀ ਨਿੱਕੇ ਬਲੂਰ ਜਿਹੜੇ ਆ ਉਹ ਉਡੀਕਦੇ ਵੀ ਸਾਡਾ ਮੰਮੀ ਅੱਜ ਅੰਦੋਲਨ ਵਿੱਚ, ਸਾਡੀ ਦਾਦੀ ਅੰਦੋਲਨ ਦੇ ਵਿੱਚ ਆ, ਸਾਡਾ ਬਾਪ ਅੰਦੋਲਨ ਦੇ ਵਿੱਚ ਆ, ਸਾਡਾ ਦਾਦਾ ਅੰਦੋਲਨ ਦੇ ਵਿੱਚ ਆ। ਇਹਦੀ ਕਹਿੰਦੇ ਹੁੰਦੇ ਹੋ ਬਈ ਦਿਲ ਕਰਦਾ ਆ ਵੀ ਆਪਣੇ ਘਰ ਦੀਆਂ ਸੁੱਖ ਸਹੂਲਤਾਂ ਜੋ ਸਾਡੇ ਖਾਸ ਕਰਕੇ ਪੰਜਾਬੀ ਖਿੱਤੇ ਦੇ ਵਿੱਚ ਨੇ, ਉਹ ਸੁੱਖ ਸਹੂਲਤਾਂ ਛੱਡ ਕੇ ਉਹ ਆਪਣੀਆਂ ਜਿਹੜੀਆਂ ਹੱਡੀਆਂ ਆ ਥੱਲੇ ਤਰਪਾਲ ਵਿਛਾ ਕੇ, ਥੱਲੇ ਦਰੀ ਵਿਛਾ ਕੇ ਸੜਕਾਂ ਦੇ ਉੱਤੇ ਰਗੜਦਾ ਫਿਰੇ। ਇਹ ਜਿਨ੍ਹਾਂ ਨੇ ਕਹਿਣਾ ਆ ਉਹਨਾਂ ਦਾ ਤਾਂ ਕਹਿ ਸਕਦੇ ਆ ਕਿ ਉਹਨਾਂ ਜਦੋਂ ਸਵੇਰ ਨੂੰ ਉੱਠ ਕੇ ਮੂੰਹ ਦੇ ਵਿੱਚ ਇੱਕ ਰੋਟੀ ਦੀ ਬੁਰਕੀ ਪਾਉਂਦੇ, ਚਾਹੇ ਉਹ ਪਰੌਂਠੀ ਕਹਿ ਕੇ ਪਾਉਂਦੇ ਹੋਣ, ਉਹਨਾਂ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਵੀ ਸਾਡੇ ਮੂੰਹ ਦੇ ਵਿੱਚ ਅੱਜ ਜੇ ਬੁਰਕੀ ਲੰਘ ਰਹੀ ਆ ਤਾਂ ਉਹਨਾਂ ਲੋਕਾਂ ਦੇ ਕਰਕੇ ਲੰਘ ਰਹੀ ਆ ਜਿਹੜੇ 1 ਸਾਲ ਤੋਂ ਬੈਠੇ ਆਪਣਾ ਸਭ ਕੁਝ ਕਹਿ ਸਕਦੇ, ਨਾ ਉਹਨੀ ਦੁੱਖ ਦੇਖਿਆ ਨਾ ਸੁੱਖ ਦੇਖਿਆ। ਘਰਾਂ ਦੇ ਵਿਆਹ ਵੀ, ਘਰਾਂ ਦੇ ਦੁੱਖ ਦੇ ਪ੍ਰੋਗਰਾਮ ਵੀ ਆ। ਵੱਡੇ ਲੀਡਰ ਸੀਗੇ ਸਰਦਾਰ ਬਲਵੀਰ ਸਿੰਘ ਰਾਜੇਵਾਲ, ਪਰਿਵਾਰ ਦੇ ਵਿੱਚ ਬਹੁਤ ਹੀ ਨਜ਼ਦੀਕੀ ਜਿਹੜਾ ਉਹਨਾਂ ਦਾ ਨਾਤਾ ਮੰਨਿਆ ਜਾਂਦਾ, ਭਰਾ ਦਾ ਨਾਤਾ ਮੰਨਿਆ ਜਾਂਦਾ ਹੈ, ਉਹ ਉਹਨਾਂ ਦੀ ਵੀ ਰੁਖਸਤੀ ਹੋ ਗਈ ਇਸ ਸੰਸਾਰ ਤੋਂ। ਤੇ ਤੁਸੀਂ ਸੋਚ ਸਕਦੇ ਆ ਕਿ ਜੇ ਐਡਾ ਵੱਡਾ ਲੀਡਰ ਹੋਵੇ ਤੇ ਉਹ ਸਿਰਫ ਆਪਣੇ ਮਤਲਬ ਉਸ ਦੁੱਖ ਦੇ ਵਿੱਚ 14-15 ਦਿਨ ਦਰੀ ਤੇ ਵੀ ਨਾ ਬੈਠ ਸਕੇ, ਸਿਰਫ ਆਪਣੀ ਰਸਮ ਕਰਨੀ ਕਰਕੇ ਬਸ। ਇਸ ਕਰਕੇ ਹੀਰ ਸਾਹਿਬ ਜਿਹੜੇ ਅੰਦੋਲਨ ਨੂੰ ਪਿਕਨਿਕ ਦੱਸਦੇ ਆ, ਉਹਨਾਂ ਦੇ ਮੂੰਹ ਤੇ 1 ਸਾਲ ਦਾ ਸਮਾਂ ਬਹੁਤ ਵੱਡੀ ਚਪੇੜ ਆ। ਅੱਜ ਵੀ ਸਮਝ ਲੈਣ ਚੰਗੀ ਗੱਲ ਆ, ਨਾ ਇਹ ਸਰਕਾਰਾਂ ਰਹਿਣੀਆਂ ਆ। ਅੱਗੇ ਕਹਿ ਸਕਦੇ 40-40 ਸਾਲ ਜਿਹਨਾਂ ਨੇ ਰਾਜ ਕੀਤਾ ਉਹ ਨਹੀਂ ਅੱਜ ਤੱਕ ਕਿਤੇ ਲੱਭਦੇ ਹੈਗੇ, ਤੇ ਇਹਨਾਂ ਨੂੰ ਕੀ ਲੱਗਦਾ ਵੀ ਅਸੀਂ 7 ਸਾਲ ਕਰ ਲਿਆ, ਜੇ ਹੋਰ ਵੀ 7 ਸਾਲ ਕਰ ਲੈਣਗੇ ਤੇ ਇਹ ਪੱਕੇ ਕੀਲੇ ਕਿਸੇ ਦੇ ਨਹੀਂ ਗੱਡੇ ਹੋਏ। ਇੱਥੇ ਤਾਂ ਕਹਿ ਸਕਦੇ ਆ ਕਿ ਔਰੰਗਜ਼ੇਬ ਵਰਗੇ ਜਿਨ੍ਹਾਂ ਨੇ ਕਹਿੰਦੇ ਵੀ ਸਾਡੀ ਉਂਗਲੀ ਤੇ ਸਭ ਕੁਝ ਹਿਲਦਾ ਤੇ ਸਾਡੀ ਉਂਗਲੀ ਤੇ ਬੈਠਦਾ, ਉਹ ਚਲੇ ਗਏ। ਹੁਣ ਤਾਂ ਹੈ ਲੋਕਤੰਤਰ ਆ। ਛੋਟਾ ਜਿਹਾ ਦ੍ਰਿਸ਼ ਤੁਸੀਂ ਕੱਲ ਪਰਸੋਂ ਜਿਹੜੀਆਂ ਬਾਈ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਦੇਖ ਹੀ ਲਿਆ ਆ ਵੀ ਲੋਕ ਜਦੋਂ ਮੂੰਹ ਦੇ ਮੂੰਹ ਸਿੱਟਦੇ ਤਾਂ ਫਿਰ ਏਦਾਂ ਸਿੱਟਦੇ ਆ। ਨਾ ਇਹ ਸ਼ਾਸਕ ਬਚਣੇ ਆ ਜਿਹੜੇ ਅੱਜ ਸਾਰਾ ਕੁਝ ਆਪਣੇ ਆਪ ਨੂੰ ਸਮਝਦੇ ਬੈਠੇ ਆ ਵੀ ਅਸੀਂ ਚਿੜੀ ਫਰਕਣ ਨਹੀਂ ਦੇਣੀ ਹੈਗੀ, ਤੇ ਨਾ ਫਿਰ ਇਹ ਮੀਡੀਆ ਲੱਭਣਾ ਆ। ਕਿਤੇ ਨਾ ਕਿਤੇ ਅੰਦੋਲਨ ਦੇ ਪ੍ਰਤੀ ਜਿਸ ਤਰ੍ਹਾਂ ਮੀਡੀਆ ਆਪਣੀ ਜ਼ਿੰਮੇਵਾਰੀ ਸਹੀ ਨਿਭਾਉਣ ਲੱਗ ਪਵੇ
ਤੇ ਇਹ ਜਿਹੜਾ ਅੰਦੋਲਨ ਦੇ ਵਿੱਚ ਜਿਹੜਾ ਰੇੜਕਾ ਬਣਿਆ ਹੋਇਆ ਰੇੜਕਾ ਵੀ ਖਤਮ ਹੋ ਸਕਦਾ ਜੀ। ਜੀ, ਹੁਣ ਅੱਗੇ ਚੱਲਦੇ ਹਾਂ ਜੀ। ਇੱਕ ਪਾਸੇ ਤੇ ਇਸ ਤਰ੍ਹਾਂ ਦਾ ਦਿਨ ਹੈ ਅੱਜ, ਤੇ ਕਿਸਾਨੀ ਅੰਦੋਲਨ ਦੀ ਅਸੀਂ ਦੁਖਦਾਈ ਗੱਲ ਕੀਤੀ, ਤੇ ਇੱਧਰ ਪੰਜਾਬ ਕਾਂਗਰਸ ਨੇ ਆਪਣਾ ਹੀ ਖਿਲਾਰਾ ਪਾਇਆ ਹੋਇਆ। ਬਿਲਕੁਲ ਜੀ ਜੀ, ਮੈਂ ਇਹਦੇ ਤੇ ਆਪਣੇ ਤੌਰ ਤੇ ਜਿਹੜੀ ਗੱਲਬਾਤ ਮੈਂ ਕਰਨੀ ਚਾਹਾਂਗਾ, ਨਵਜੋਤ ਸਿੰਘ ਸਿੱਧੂ ਤੇ ਜੀ ਪਹਿਲਾਂ ਤੇ ਸੀ ਨਵਜੋਤ ਸਿੰਘ ਸਿੱਧੂ ਬਨਾਮ ਕੈਪਟਨ ਅਮਰਿੰਦਰ ਸਿੰਘ, ਤੇ ਜੀ ਨਵਜੋਤ ਸਿੰਘ ਸਿੱਧੂ ਦਾ ਸਾਥ ਦੇਣ ਵਾਲੇ ਦੀ ਗਿਣਤੀ ਜਿਹੜੀ ਸੀ ਉਹ ਉਂਗਲਾਂ ਤੇ ਗਿਣੀ ਜਾ ਸਕਦੀ ਸੀ। ਤੇ ਜੀ ਕੈਪਟਨ ਦੇ ਸਾਥੀ ਬਹੁਤ ਸਨ, ਕਿਉਂਕਿ ਕੈਪਟਨ ਮੁੱਖ ਮੰਤਰੀ ਸੀ। ਮੁੱਖ ਮੰਤਰੀ ਹੋਣ ਦੇ ਨਾਤੇ ਜਿੰਨੇ ਉਹਨਾਂ ਦੇ ਸਮਰਥਕ ਸਨ, ਜਿੰਨੇ ਸਾਥੀ ਸਨ, ਔਰ ਉਹ ਜੀ ਉਹਨਾਂ ਦੀ ਪੂਰੀ ਪਿੱਠ ਥਾਪੜਦੇ ਸੀ। ਤੇ ਉਹ ਜਦੋਂ ਕੋਈ ਕੈਪਟਨ ਦੇ ਖਿਲਾਫ ਬੋਲਣ ਦੀ ਜ਼ੁਰਤ ਵੀ ਕਰਦਾ ਸੀ, ਮਾੜੀ ਮੋਟੀ ਆਵਾਜ਼ ਵੀ ਉਠਾਉਂਦਾ ਸੀ, ਤੇ ਇਹ ਵੀ ਤੁਹਾਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਜਿਹੜੇ ਉਹਨਾਂ ਦੇ ਸਕੱਤਰ ਲੈਵਲ ਦੇ ਜਿਹੜੇ ਬੰਦੇ ਸੀ ਉਹ ਫੋਨ ਕਰਦੇ ਸੀ ਡਰਾਉਣ ਧਮਕਾਉਣ ਨੂੰ ਕਿ ਭਾਈ ਚੁੱਪ ਕਰ ਜਾਂਦੇ ਤੇ ਤੇਰਾ ਚਿੱਠਾ ਖੁੱਲਾਂਗੇ। ਖੈਰ, ਉਹ ਆਵਾਜ਼ਾਂ ਦਬ ਗਈਆਂ, ਉਹ ਸਾਈਡ ਤੇ ਹੋ ਗਈਆਂ, ਤੇ ਹੁਣ ਆਵਾਜ਼ਾਂ ਰੋਜ਼ ਨਿਕਲਦੀਆਂ ਨੇ। ਕਾਂਗਰਸ ਦੀ ਹਾਲਤ ਇਸ ਵੇਲੇ ਜਿਹੜੀ ਹੋਈ ਪਈ ਹੈ ਬਿਲਕਾ ਸਾਹਿਬ, ਜੇ ਜੀ ਗੱਲ ਕਰੀਏ ਤੇ ਕਿਹੜਾ ਆਗੂ ਹੈ ਜਿਹੜਾ ਕਾਂਗਰਸ ਦਾ ਅੱਜ ਚੁੱਪ ਬੈਠਾ ਹੈ? ਜੇ ਇਹਨਾਂ ਵਿੱਚੋਂ ਸਭ ਤੋਂ ਅਜੀਬੋ ਗਰੀਬ ਸਥਿਤੀ ਜਿਹੜੀ ਹੈ, ਜੋ ਇਸ ਚੱਕਰ ਦੇ ਵਿੱਚ ਫਸੇ ਹੋਏ ਨੇ ਕਿ ਸਾਡੇ ਲਈ ਪਤਾ ਨਹੀਂ ਨਵਜੋਤ ਸਿੰਘ ਸਿੱਧੂ ਵਾਲਾ ਪਾਸਾ ਠੀਕ ਹੈ ਕਿ ਪਤਾ ਨਹੀਂ ਕੈਪਟਨ ਵਾਲਾ ਹੈ, ਜਾਂ ਪਤਾ ਨਹੀਂ ਵਿਚਕਾਰਲਾ ਰਸਤਾ, ਬਹੁਤਿਆਂ ਨੇ ਤਾਂ ਬਸ ਵੈਸੇ ਵਿਚਕਾਰਲਾ ਰਸਤਾ ਅਪਣਾ ਲਿਆ। ਪਰ ਜਿਵੇਂ ਜਿਹੜੇ ਨੇ ਮਨਪ੍ਰੀਤ ਬਾਦਲ ਨੇ, ਨਾਲ ਇਹਨਾਂ ਦੇ ਜਿਹੜੇ ਕਿ ਸੁਨੀਲ ਜਾਖੜ ਨੇ, ਮਨੀਸ਼ ਤਿਵਾੜੀ ਨੇ, ਇਹਨਾਂ ਨੂੰ ਸੁੱਝ ਨਹੀਂ ਰਿਹਾ ਕਿ ਅਸੀਂ ਹੁਣ ਕਿਹੜਾ ਪਾਸਾ ਰੱਖੀਏ। ਤੇ ਜੀ ਚਰਨਜੀਤ ਸਿੰਘ ਚੰਨੀ ਦੇ ਨਾਲ ਖਹਿਬਾਜ਼ੀ ਜਿੱਦਾਂ ਸ਼ੁਰੂ ਹੁੰਦੀ ਹੈ ਜੀ ਨਵਜੋਤ ਸਿੰਘ ਸਿੱਧੂ ਦੀ, ਉਹ ਲੋਕਾਂ ਨੂੰ ਇੰਝ ਲੱਗਣ ਲੱਗ ਪਿਆ ਵੀ ਦੇਖੋ ਜਿਹੜਾ ਕੰਮ ਕੈਪਟਨ ਨਾਲ ਸ਼ੁਰੂ ਹੋਇਆ ਸੀ ਉਹੀ ਹੁਣ ਇੱਧਰ ਸ਼ੁਰੂ ਹੋ ਗਿਆ। ਪਰ ਜੀ ਨਾਲ ਦੀ ਨਾਲ ਜਿਹੜੀਆਂ ਉਹਨਾਂ ਨੇ ਇੱਕ ਦੂਜੇ ਦਾ ਹੱਥ ਫੜ ਕੇ ਜਿਹੜੀਆਂ ਯਾਤਰਾਵਾਂ ਕਰਨ ਤੇ ਨਿਕਲ ਜਾਂਦੇ ਨੇ, ਪ੍ਰੈਸ ਕਾਨਫਰੰਸ ਵੀ ਇਕੱਠੇ ਬਹਿੰਦੇ ਨੇ, ਇੱਕ ਦੂਜੇ ਦਾ ਮਾਈਕ ਵੀ ਆਪਣੇ ਨੂੰ ਖਿੱਚ ਲੈਂਦੇ ਨੇ, ਉਹ ਕਸ਼ਮਕਸ਼ ਵੀ ਲੋਕਾਂ ਨੇ ਦੇਖੀ ਹੋਈ ਹੈ। ਪਰ ਕੈਪਟਨ ਅਮਰਿੰਦਰ ਸਿੰਘ ਤਾਂ ਜਦੋਂ ਮੁੱਖ ਮੰਤਰੀ ਸੀ ਉਹਨਾਂ ਨੇ ਆਪਣੇ ਨਜ਼ਦੀਕ ਕਿਸੇ ਨੂੰ ਆਉਣ ਨਹੀਂ ਦਿੱਤਾ, ਜੀ ਚਾਹੇ ਉਹਨਾਂ ਦਾ ਸਾਥੀ ਸੀ ਤੇ ਚਾਹੇ ਕੋਈ ਵਿਰੋਧੀ ਨੇ, ਤੇ ਆਉਣਾ ਹੀ ਕੀ ਹੈ, ਸਮਾਂ ਹੀ ਨਹੀਂ ਸੀ ਮਿਲਦਾ ਸੀਸਮਾ ਫਾਰਮ ਦੇ ਵਿੱਚ ਜਾਣ ਦਾ। ਤੇ ਜੀ ਇਹ ਜਿਹੜੀ ਹੁਣ ਸਥਿਤੀ ਬਣ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਉਹ ਲਫ਼ਜ਼ ਕੈਪਟਨ ਸਿੰਘ ਲਈ, ਕੈਪਟਨ ਸਾਹਿਬ ਲਈ, ਕਦੇ ਡਰਪੋਕ ਹੈ, ਕਦੇ ਕੁਛ ਹੈ, ਔਰ ਜਿਹੜਾ ਵੀ ਦਿਲ ਕਰਦਾ, ਜਿਸ ਦਾ ਵੀ ਦਿਲ ਕਰਦਾ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਜੋ ਮਰਜ਼ੀ ਬੋਲਦਾ ਹੈ, ਚਾਹੇ ਉਹ ਰਾਜਾ ਵੜਿੰਗ ਹੋਵੇ, ਚਾਹੇ ਸੁਖਜਿੰਦਰ ਰੰਧਾਵਾ ਹੋਵੇ, ਕੋਈ ਵੀ ਹੋਵੇ, ਖੁੱਲ੍ਹ ਕੇ ਬੋਲ ਰਹੇ ਨੇ। ਤੇ ਇਸ ਚੀਜ਼ ਤੋਂ, ਇਸ ਇਨਡਿਸਿਪਲਿਨ ਤੋਂ, ਜਿਹੜਾ ਗੈਰ ਅਨੁਸ਼ਾਸਨੀ ਹੈ ਜਿਹੜੀ ਹੋ ਰਹੀ ਹੈ, ਇਸ ਤੋਂ ਔਖੇ ਵੀ ਬਹੁਤ ਨੇ ਜਿਹੜੇ ਕੁਛ ਆਗੂ, ਕਿ ਦੇਖੋ ਇਹ ਹੋ ਕੀ ਰਿਹਾ ਹੈ। ਔਰ ਸੁਨੀਲ ਜਾਖੜ ਦੀ ਸਥਿਤੀ ਥੋੜ੍ਹੀ ਜਿਹੀ ਹਾਸੋਹੀਣੀ ਹੈ। ਉਹ ਜਿਹੜਾ ਤੰਜ਼ ਕੱਸਦੇ ਨੇ, ਉਹ ਵਾਕਿਆ ਉਹ ਮਜ਼ਾਕ ਦੇ ਵਿੱਚ ਹੀ ਲੱਗਦਾ, ਉਸਨੂੰ ਸੀਰੀਅਸ ਵੀ ਲੈਣਾ ਹੋਵੇ ਤੇ ਉਸ ਦਾ ਅਰਥ ਸਮਝ ਨਹੀਂ ਆਉਂਦਾ। ਪਰ ਇਹ ਦੱਸੋ, ਮੈਂ ਇਹ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਅੱਜ ਕਿ ਜਿੰਨਾ ਕੁ ਅਸੀਂ ਇਸ ਨੂੰ ਵੇਖ ਰਹੇ ਹਾਂ, ਮੈਂ ਆਪਣੀ ਨਜ਼ਰ ਤੋਂ ਜੋ ਵੇਖਿਆ, ਇਸ ਜੀ ਵਿੱਚੋਂ ਪੰਜਾਬ ਲਈ ਚੰਗਾ ਜਿਹੜਾ ਹੈ ਸਾਰੀ ਕਸ਼ਮਕਸ਼ ਦੇ ਵਿੱਚੋਂ, ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਆਟੇ 'ਚ ਲੂਣ ਦੇ ਬਰਾਬਰ ਹੋਵੇ। ਇਸ ਤਰ੍ਹਾਂ ਜੀ ਕੋਈ ਮਾੜਾ ਮੋਟਾ ਮੈਨੂੰ ਕਿਤੇ ਜਿਹੜੀ ਹੈ ਰੌਸ਼ਨੀ ਦੀ ਕਿਰਨ ਜਿਹੜੀ ਹੈ ਦੇਖੀ ਜਾ ਸਕਦੀ ਹੈ। ਇਸ ਤੋਂ ਵੱਧ ਕੁਝ ਨਹੀਂ। ਤੁਹਾਨੂੰ ਕੋਈ ਨਜ਼ਰ ਆਇਆ ਤਾਂ ਸਾਨੂੰ ਜਰਾ ਸਮਝਾਉਣ ਦੀ ਜਰਾ ਕੋਸ਼ਿਸ਼ ਕਰੋ ਜੀ। ਬਿਲਕੁਲ, ਉਹ ਕਹਿੰਦੇ ਈਸਵ ਗੋਲ ਕੁਝ ਨਾ ਫੋਲ। ਜਿਹੜੀਆਂ ਤੁਸੀਂ ਹੁਣ ਹੂੰ। ਗੱਲਾਂ ਕੀਤੀਆਂ ਆ, ਸੱਚ ਇਹੀ ਆ ਬਈ ਪਿਛਲੇ ਲਗਭਗ 6 ਮਹੀਨੇ ਤੋਂ ਜੋ ਮੀਡੀਆ ਦੇ ਵਿੱਚ, ਜਾਂ ਜੋ ਕਹਿ ਸਕਦੇ ਆ ਰਾਜਨੀਤਿਕ ਸਫਾ ਦੇ ਵਿੱਚ ਗੱਲਾਂ ਗੂੰਜ ਰਹੀਆਂ ਨੇ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਆ ਜਿਹੜੇ ਸੁਖਜਿੰਦਰ ਰੰਧਾਵਾ ਹੋ ਗਿਆ, ਨਵਜੋਤ ਸਿੰਘ ਸਿੱਧੂ ਹੋ ਗਿਆ, ਚਰਨਜੀਤ ਚੰਨੀ, ਸੁਨੀਲ ਜਾਖੜ, ਜਾਂ ਇੱਕ ਨਾਂ ਤੁਸੀਂ ਲਿਆ ਆ ਪੰਜਾਬ ਦੀ ਸਿਆਸਤ ਵਿੱਚ, ਮਨਪ੍ਰੀਤ ਬਾਦਲ ਦਾ। ਜੀ। ਜੇ ਇਨਸਾਨ ਦਾ ਅੱਜ ਤੱਕ ਪਤਾ ਹੀ ਨਹੀਂ ਲੱਗਾ ਵੀ ਜਦੋਂ ਕੈਪਟਨ ਤੇ ਸਿੱਧੂ ਦੇ ਸਿੰਘ ਫਸੇ ਸੀਗੇ, ਬਈ ਮਨਪ੍ਰੀਤ ਬਾਦਲ ਕੈਪਟਨ ਵੱਲ ਸੀਗਾ ਕਿ ਸਿੱਧੂ ਵੱਲ ਸੀਗਾ। ਫਿਰ ਉਹੀ ਸਿੰਘ ਨਿਕਲ ਕੇ ਸੁੱਖੀ ਰੰਧਾਵੇ ਦੇ ਤੇ ਸਿੱਧੂ ਦੇ ਫਸ ਗਏ, ਤੇ ਉਦੋਂ ਵੀ ਨਹੀਂ ਪਤਾ ਲੱਗਾ ਵੀ ਮਨਪ੍ਰੀਤ ਬਾਦਲ ਕਿੱਧਰ ਨੇ। ਜਦੋਂ ਜਾਖੜ ਦੇ ਨਾਲ ਪੇਚਾ ਪੈ ਗਿਆ ਵੀ ਜਾਖੜ ਦੇ ਹੱਕ 40 ਦੇ ਕਰੀਬ ਵੋਟਾਂ ਪੈ ਗਈਆਂ ਵੀ ਜਾਖੜ ਪ੍ਰਧਾਨ ਬਣਨੇ ਚਾਹੀਦੇ ਨੇ, ਤੇ ਉੱਥੇ ਆਣ ਕੇ ਫਿਰ ਰੌਲਾ ਪੈ ਗਿਆ ਵੀ ਪੰਜਾਬ ਦੇ ਵਿੱਚ ਸਿੱਖ ਮੈਜੋਰਟੀ ਏਰੀਆ, ਤੇ ਇੱਥੇ ਪਗੜੀਧਾਰੀ ਜਾਂ ਸਿੱਖ ਜਿਹੜਾ ਬੰਦਾ ਆ ਉਹ ਪੰਜਾਬ ਦਾ ਮੁੱਖ ਮੰਤਰੀ ਹੋਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਲਾਭ ਹੋਊਗਾ। ਜਿਸ ਤਰ੍ਹਾਂ ਜਾਖੜ ਦੀ ਛੁੱਟੀ ਹੋਈ ਆ, ਉਹਦੇ ਵਿੱਚ ਵੀ ਬਹੁਤ ਵੱਡਾ ਰੋਲ ਦੱਸਿਆ ਜਾਂਦਾ ਕਿ ਜਿਹੜੀ ਚੁੱਪ ਸ਼ਖਸੀਅਤ ਆ, ਉਹਦਾ ਵੀ ਕਿਤੇ ਨਾ ਕਿਤੇ ਜਿਹੜੀ ਪਿੱਛੇ ਇੱਕ ਸਕ੍ਰਿਪਟ ਲਿਖੀ ਸੀਗੀ, ਉਹਦੇ ਵਿੱਚ ਵੱਡਾ ਯੋਗਦਾਨ ਸੀਗਾ। ਹੁਣ ਆਪਾਂ ਗੱਲ ਕਰ ਲਈਏ ਵੀ ਕੈਪਟਨ ਅਮਰਿੰਦਰ ਸਿੰਘ ਤਾਂ ਪਾਰਟੀ ਛੱਡ ਕੇ ਜਿਹੜੇ ਨੇ ਉਹ ਬਾਹਰ ਹੋ ਗਏ ਨੇ, ਉਹ ਤਾਂ ਇੱਕ ਅਲੱਗ ਵਿਸ਼ਾ ਹੋ ਗਿਆ। ਪਾਰਟੀ ਦੇ ਅੰਦਰ ਜਿਹੜੀਆਂ ਆਪਾਂ ਗੱਲਾਂ ਕੀਤੀਆਂ, ਚਾਹੇ ਮਨੀਸ਼ ਤਿਵਾੜੀ ਨੇ, ਚਾਹੇ ਰਵਨੀਤ ਬਿੱਟੂ ਨੇ, ਤੇ ਚਾਹੇ
ਸੁਨੀਲ ਜਾਖੜ ਨੇ, ਚਾਹੇ ਚਰਨਜੀਤ ਚੰਨੀ ਦੇ ਬਹੁਤ ਨਜ਼ਦੀਕੀ ਜਿਹੜੇ ਭਾਵੇਂ ਪਹਿਲਾਂ ਨਹੀਂ ਸੀ ਹੁਣ ਹੈਗੇ ਨੇ, ਇਹ ਸਾਰੇ ਵੀ ਆਪਾਂ ਕੁਣਬੇ ਨੂੰ ਦੇਖ ਲਈਏ ਤੇ ਹਜੇ ਵੀ ਇਹਨਾਂ ਵਿੱਚੋਂ ਕੋਈ ਸਮਝ ਨਹੀਂ ਲੱਗ ਰਹੀ। ਜਿਹੜੇ ਤਾਂ ਮੰਤਰੀ ਬਣ ਗਏ ਨੇ ਉਹ ਤਾਂ ਅੱਜ ਕਿਤੇ ਨਾ ਕਿਤੇ ਕਾਂਗਰਸ ਹਾਈ ਕਮਾਂਡ ਦੇ ਵੀ ਗੁਣ ਗਾਉਂਦੇ ਨੇ ਤੇ ਚੰਨੀ ਨਾਲ ਵੀ ਆਪਣੀ ਜਿਹੜੀ ਆ ਕਿਤੇ ਨਾ ਕਿਤੇ ਬਿਆਨਾਂ ਦੇ ਵਿੱਚ ਨਰਮੀ ਰੱਖਦੇ ਨੇ। ਭਾਵੇਂ ਕਿ ਇਹੀ ਜਿੱਦਣ ਕੈਪਟਨ ਚਰਨਜੀਤ ਚੰਨੀ ਮੁੱਖ ਮੰਤਰੀ ਨਹੀਂ ਸੀ ਬਣੇ ਤੇ ਚਰਨਜੀਤ ਚੰਨੀ ਪ੍ਰਤੀ ਇਹਨਾਂ ਦਾ ਕੀ ਰਵੱਈਆ ਸੀਗਾ ਅਸੀਂ ਤਾਂ ਅੱਖੀਂ ਦੇਖਿਆ ਆ, ਆਪਾਂ ਬਿਆਨਾਂ ਅਖਬਾਰਾਂ 'ਚ ਦੇਖੇ ਨੇ। ਇਸ ਕਰਕੇ ਇਸ ਜਿਹੜਾ ਹਮਾਮ ਦੇ ਵਿੱਚ ਜਿਹੜੇ ਆ ਸਾਰੇ ਇੱਕ ਦੂਏ ਦੀ ਲੱਤ ਖਿੱਚਣ ਨੂੰ ਬਿਲਕੁਲ ਤਿਆਰ ਬੈਠੇ ਨੇ। ਜਿਵੇਂ ਸੁਖਜਿੰਦਰ ਰੰਧਾਵਾ ਦਾ ਮੁੱਖ ਮੰਤਰੀ ਤੇ ਨਾਂ ਆਇਆ ਤਾਂ ਨਵਜੋਤ ਸਿੰਘ ਸਿੱਧੂ ਨੇ ਟੰਗ ਖਿੱਚਤੀ। ਜੇ ਨਵਜੋਤ ਸਿੰਘ ਸਿੱਧੂ ਦਾ ਆਇਆ ਤਾਂ ਉੱਥੇ ਮੇਰੇ ਖਿਆਲ ਕੋਈ ਵੀ ਤਿਆਰ ਨਹੀਂ ਇਸ ਗੱਲ ਤੇ। ਉਹਨੂੰ ਵੀ ਕੈਪਟਨ ਅਮਰਿੰਦਰ ਸਿੰਘ ਦਾ ਦੂਜਾ ਰੂਪ ਸਮਝਿਆ ਜਾਂਦਾ ਆ, ਬਈ ਜੇ ਕੈਪਟਨ ਨਹੀਂ ਕਿਸੇ ਦੀ ਸੁਣਦਾ ਤਾਂ ਸੁਣਦਾ ਕਿਸੇ ਦੀ ਨਵਜੋਤ ਸਿੰਘ ਸਿੱਧੂ ਵੀ ਹੈ ਨਹੀਂਗਾ। ਪਾਰਟੀ ਨੇ ਆਪਣੇ ਸਾਰੇ ਪਲੱਸ ਮਾਈਨਸ ਦੇਖ ਕੇ ਜੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਪੰਜਾਬ ਦਾ ਬਣਾ ਦਿੱਤਾ ਆ ਤੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਘੱਟੋ ਘੱਟ ਕੰਮ ਜਿਹੜੇ ਆ ਉਹ ਤਾਂ ਨਾਰਮਲ ਜਿਹੜੇ ਰੂਟੀਨ ਦੇ ਵਿੱਚ ਆਣ ਕੇ ਪਿਛਲੇ 3-4 ਮਹੀਨੇ ਸਰਕਾਰਾਂ ਕਰਦੀਆਂ ਨੇ ਕੰਮ ਤਾਂ ਉਹ ਰੂਟੀਨ 'ਚ ਹੀ ਚੱਲੇ ਆ ਰਹੇ ਨੇ। ਬਹੁਤ ਵੱਡਾ ਕੋਈ ਰਿਮਾਰਕੇਬਲ ਕੰਮ ਜੇ ਕਹਿ ਦਈਏ ਤਾਂ ਹਜੇ ਕੋਈ ਦੇਖਣ ਨੂੰ ਨਹੀਂ ਮਿਲਦਾ, ਜਿਹਦੇ ਵਿੱਚ ਸਭ ਨੂੰ ਵੱਡਾ ਇੱਕ ਰੋਜ਼ਗਾਰ ਦਾ ਮੁੱਦਾ ਸੀਗਾ। ਭਾਵੇਂ ਕਿ ਗੰਨੇ ਦੀ ਕੀਮਤ ਨੂੰ ਲੈ ਕੇ ਵੀ ਥੋੜੇ ਦਿਨ ਪਹਿਲਾਂ ਚੰਨੀ ਨੇ ਸਰਕਾਰ ਨੇ ਕਿਸਾਨਾਂ ਦੇ ਨਾਲ ਸੈਟਿੰਗ ਕਰ ਲਈ ਵੀ ਇੰਨੇ ਪੈਸੇ ਅਸੀਂ ਦੇਵਾਂਗੇ, ਇੰਨੀ ਮਿੱਲਾਂ ਦੇਣਗੀਆਂ ਤਾਂ ਮਿੱਲਾਂ ਤੁਹਾਨੂੰ ਤੰਗ ਨਹੀਂ ਕਰਨਗੀਆਂ। ਭਾਵੇਂ 3 ਰੁਪਏ ਪ੍ਰਤੀ ਯੂਨਿਟ ਜਿਹੜਾ ਰੇਟ ਲੈਸ ਕਰ ਦਿੱਤਾ। ਇੱਕ ਸਹੂਲਤਾਂ ਆ, ਇਹ ਸਾਰੀਆਂ ਸਰਕਾਰਾਂ ਦਿੰਦੀਆਂ ਆ। ਪਰ ਜਿਸ ਤਰ੍ਹਾਂ ਇਸ ਕਹਿ ਸਕਦੇ ਆ ਕਿ ਹੁਣ ਤੱਕ ਕਾਂਗਰਸ ਪਾਰਟੀ ਨੇ ਕੁੱਕੜ ਖੇ ਖਿਲਾਰੀ ਹੋਈ ਆ, ਇਸ ਕੁੱਕੜ ਖੇ ਨੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਇੰਨਾ ਕੁ ਬਲ ਦੇ ਦਿੱਤਾ ਆ ਕਿ ਜਿਨ੍ਹਾਂ ਨੂੰ ਪਿੰਡਾਂ ਸੱਥਾਂ ਦੇ ਵਿੱਚ ਕੋਈ ਵੜਨ ਨਹੀਂ ਦਿੰਦਾ, ਉਹ ਇੱਕ ਵਾਰੀ ਫੇਰ ਦੁਬਾਰਾ ਆਮ ਆਦਮੀ ਪਾਰਟੀ ਨੂੰ ਪਛਾੜਦੀ ਹੋਈ ਦੂਜੇ ਨੰਬਰ ਦੇ ਵਿਰੋਧੀ ਧਿਰ ਦਾ ਜਿਹੜਾ ਆਪਣਾ ਰੋਲ ਅਦਾ ਕਰਨ ਦੇ ਵਿੱਚ ਲੋਕਾਂ ਦੇ ਵਿੱਚ ਜਾਣ ਲਈ ਤਿਆਰ ਹੋ ਗਈ ਆ। ਇਹਦਾ ਕਾਰਨ ਜੇ ਮੰਨਿਆ ਜਾਵੇ ਤਾਂ ਇੱਕੋ ਹੀ ਇੱਕ ਆ, ਬਈ ਕਾਂਗਰਸ ਦੀ ਆਪਣੀ ਜਿਹੜੀ ਆ ਪੱਟ ਉਤਾੜਿਆ ਉਹਨੇ ਜਿਹੜਾ ਆ ਅਕਾਲੀ ਦਲ ਨੂੰ ਇਸ ਵੇਲੇ ਲੋਕਾਂ ਦੇ ਵਿੱਚ ਜਾਂ ਲੋਕਾਂ ਦੇ ਸਫਾਂ ਦੇ ਵਿੱਚ ਜਾਣ ਜੋਗਾ ਕਰ ਦਿੱਤਾ। ਜੀ ਬਿਲਕੁਲ ਜੀ, ਇੱਕ ਬ੍ਰੇਕ ਲੈਂਦੇ ਆ, ਇੱਕ ਦੋ ਮੁੱਦੇ ਹੋਰ ਵਿਚਾਰਨੇ ਨੇ ਤੇ ਇਸ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਇੱਕ ਬ੍ਰੇਕ ਤੋਂ ਬਾਅਦ। ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਆਪ ਜੀ ਦਾ ਫਿਰ ਸਵਾਗਤ ਕਰਦੇ ਹਾਂ। ਬਿਲਗਾ ਸਾਹਿਬ, ਹੁਣ ਗੱਲ ਕਰਦੇ ਹਾਂ ਜਿਹੜਾ ਇਸ ਵੇਲੇ ਹਰ ਇੱਕ ਦੀ ਜ਼ੁਬਾਨ ਤੇ ਇੱਕ ਮੁੱਦਾ ਹੈ ਜੀ, ਖਾਸ ਤੌਰ ਤੇ ਇਹ ਜਿਹੜਾ ਡੀਜ਼ਲ ਦਾ ਮੁੱਦਾ ਹੈ। ਪੈਟਰੋਲ ਦੀ ਵੀ ਗੱਲ ਹੈ ਭਾਵੇਂ ਨਾਲ ਹੈ, ਪਰ ਡੀਜ਼ਲ ਜਿਹੜਾ ਹੈ ਕਿਉਂਕਿ ਟਰਾਂਸਪੋਰਟੇਸ਼ਨ ਨੂੰ ਤੇ ਕਿਸਾਨੀ ਨੂੰ ਵੀ ਪ੍ਰਭਾਵਿਤ ਕਰਦਾ ਹੈ ਜੀ। ਇਸ ਦੇ ਨਾਲ ਹੁੰਦਾ ਕੀ ਹੈ, ਡੀਜ਼ਲ ਦੀ ਕੀਮਤ ਜਦੋਂ ਵੱਧਦੀ ਹੈ ਤੇ ਹਰ ਇੱਕ ਚੀਜ਼ ਦੇ ਫਰੇਟ ਚਾਰਜਸ ਜਿਹੜੇ ਨੇ ਉਸ ਵਿੱਚ ਵਾਧਾ ਹੋ ਜਾਂਦਾ ਹੈ। ਬਿਲਕੁਲ। ਕੋਈ ਵਸਤ ਚੱਲ ਕੇ ਲੁਧਿਆਣੇ ਤੋਂ ਹੌਜ਼ਰੀ ਦੀ ਬੰਗਲੌਰ ਜਾਣੀ ਹੋਵੇ, ਉਸ ਦੀ ਕੀਮਤ ਵਿੱਚ ਵਾਧਾ ਹੋਵੇਗਾ। ਜੀ। ਕੋਈ ਮਹਾਰਾਸ਼ਟਰ ਤੋਂ ਕੇਲੇ ਆਉਣੇ ਹੋਣ ਤੇ ਉਸ ਦੀ ਕੀਮਤ ਵਿੱਚ ਵੀ ਵਾਧਾ ਹੋਵੇਗਾ, ਕਿਉਂਕਿ ਓਵਰਆਲ ਜਿਹੜਾ ਕਾਸਟ ਜਿਹੜੀ ਹੈ ਟਰਾਂਸਪੋਰਟੇਸ਼ਨ ਦੀ ਉਹ ਜ਼ਿਆਦਾ ਹੋ ਜਾਂਦੀ ਹੈ। ਇਹ ਮਹਿੰਗਾਈ ਵਧਣ ਦਾ ਇਹਨੂੰ ਪਹਿਲਾ ਫੰਡਾ ਮੰਨਿਆ ਜਾਂਦਾ ਕਿ ਡੀਜ਼ਲ ਦੀ ਕੀਮਤ ਉੱਚੀ ਹੋ ਜਾਵੇ, ਫਿਰ ਮਹਿੰਗਾਈ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਸਰਕਾਰ ਜਿਹੜੀ ਹੈ ਇਹਨੇ ਆਰਥਿਕਤਾ ਦੇ ਮੁੱਦਿਆਂ ਤੇ ਕਈ ਬੜੇ ਅਜੀਬ ਫੈਸਲੇ ਲਏ ਨੇ। ਜਿਹੜਾ ਅੱਜ ਤੋਂ ਕਾਫੀ ਸਾਲ ਪਹਿਲਾਂ ਇੱਕ ਨੋਟਬੰਦੀ ਦਾ ਫੈਸਲਾ ਲਿਆ ਸੀ, ਉਹ ਕਿਸ ਹੱਦ ਤੱਕ ਪੁੱਠਾ ਪਿਆ ਸਾਡੇ ਆਰਥਿਕਤਾ ਨੂੰ ਸਾਰਿਆਂ ਨੂੰ ਪਤਾ ਹੈ। ਖੈਰ, ਅਸੀਂ ਅਰਥ ਸ਼ਾਸਤਰੀ ਤਾਂ ਨਹੀਂ ਕਿ ਆਰਥਿਕਤਾ ਦੀ ਪੜਚੋਲ ਕਰੀਏ, ਪਰ ਉਸ ਵੇਲੇ ਕੁਛ ਇਹੋ ਜਿਹਾ ਅਰਥ ਸ਼ਾਸਤਰੀ ਜੰਮ ਪਏ ਸਨ ਜਿਨ੍ਹਾਂ ਨੇ ਇਸ ਨੋਟਬੰਦੀ ਨੂੰ ਜਾਇਜ਼ ਠਹਿਰਾਇਆ। ਤਾਂ ਦੁੱਖ ਦੀ ਗੱਲ ਹੈ ਕਿ ਉਹਨਾਂ 'ਚ ਕੋਈ ਵੀ ਅਰਥ ਸ਼ਾਸਤਰੀ ਨਹੀਂ ਸੀ, ਕੋਈ ਫਿਲਮ ਸਟਾਰ ਸੀ, ਕੋਈ ਕ੍ਰਿਕਟ ਦਾ ਖਿਡਾਰੀ ਸੀ। ਚਲੋ ਹੁਣ ਸਮਾਂ ਆ ਗਿਆ ਕਿ ਅਸੀਂ ਇਹ ਕਹਿੰਦੇ ਸੀ ਕਿ ਦੁਨੀਆ ਦੇ ਵਿੱਚ, ਵਿਸ਼ਵ ਦੇ ਵਿੱਚ ਕੱਚੇ ਤੇਲ ਦੀ ਕੀਮਤ ਬਹੁਤ ਹੈ ਤੇ ਇਸ ਕਰਕੇ ਡੀਜ਼ਲ ਪੈਟਰੋਲ ਦੀ ਕੀਮਤ ਜਿਹੜੀ ਹੈ ਉਹ ਘਟਾਉਣੀ ਜਿਹੜੀ ਹੈ ਉਹ ਸੌਖੀ ਨਹੀਂ ਸਰਕਾਰ ਲਈ। ਫਿਰ ਮੁੱਦਾ ਆ ਗਿਆ ਵੈਟ ਦਾ, ਕਿ ਜੇ ਵੈਟ ਨੂੰ ਸੂਬਾ ਸਰਕਾਰਾਂ ਮੰਨ ਜਾਣ ਤੇ ਆਪਣਾ ਜਿਹੜਾ ਟੈਕਸ ਆ ਉਸ ਨੂੰ ਕਿਸੇ ਹੱਦ ਤੱਕ ਸੰਤੁਲਿਤ ਕਰ ਲੈਣ ਤਾਂ ਫਿਰ ਕੀਮਤ ਬਹੁਤ ਘਟੇਗੀ। ਖੈਰ, ਰੋਕਿਆ ਕਿਸੇ ਨੇ ਨਹੀਂ, ਬੋਲਿਆ ਕੋਈ ਨਹੀਂ, ਕੋਈ ਖਾਸ ਰੌਲਾ ਪਿਆ ਨਹੀਂ। ਜਿਹੜੇ ਭਾਜਪਾ ਦੇ ਆਗੂ ਸਿਲੰਡਰ ਮੋਢਿਆਂ ਤੇ ਚੁੱਕ ਚੁੱਕ ਕੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਿਆ ਕਰਦੇ ਸਨ, ਉਹ ਐ ਨਹੀਂ ਲੱਭੇ, ਕਿੱਥੇ ਗਏ ਉਹ। ਹੁਣ ਜਦੋਂ ਇਹ ਸਾਰੇ ਲੋਕ ਗੁੰਮ ਹੋ ਗਏ, 35 ਪੈਸੇ ਰੋਜ਼, 75 ਪੈਸੇ ਰੋਜ਼, 1 ਰੁਪਈਆ ਰੋਜ਼,
ਇਸ ਤਰ੍ਹਾਂ ਕੀਮਤਾਂ ਵਧੀਆਂ ਤੇ ਸੈਂਕੜੇ ਪਾਰ ਕਰਕੇ ਇਸ ਤਰ੍ਹਾਂ ਦੇਖਦੇ ਦੇਖਦੇ ਕਿ ਇਨਸਾਨ ਦੇਖਦਾ ਹੀ ਰਹਿ ਗਿਆ। ਕੋਵਿਡ ਦਾ ਲੋਕਡਾਊਨ ਖਤਮ ਹੁੰਦਿਆਂ ਅਜੇ ਸੁਰਤ ਹੀ ਆਉਣ ਲੱਗੀ ਸੀ ਕਿ ਡੀਜ਼ਲ ਤੇ ਪੈਟਰੋਲ ਦੀਆਂ ਉੱਚੀਆਂ ਕੀਮਤਾਂ ਨੇ ਆਣ ਘੇਰਿਆ। ਫਿਰ ਇੱਕ ਵੇਲੇ ਉਸ ਪੱਧਰ ਤੇ ਪਹੁੰਚ ਗਈ ਕਿ ਸਾਰੇ ਇਸ ਦੀ ਗੱਲ ਕਰਨ ਲੱਗੇ। ਹੁਣ ਜੀ ਜਦੋਂ ਸੈਂਕੜਾ ਪਾਰ ਹੋਇਆ ਤੇ ਫਿਰ ਕੁਝ ਰਾਹਤ ਦੀ ਖਬਰ ਆਉਣ ਲੱਗੀ ਹੈ। ਜੀ ਇਸ ਬਾਰੇ ਦੱਸਿਆ ਗਿਆ ਕਿ ਐਕਸਾਈਜ਼ ਡਿਊਟੀ ਜਿਹੜੀ ਹੈ ਉਹ 10 ਰੁਪਏ ਜਿਹੜੀ ਹੈ ਉਹ ਡੀਜ਼ਲ ਤੇ 5 ਰੁਪਏ ਪੈਟਰੋਲ ਤੇ ਘਟਾਈ ਜਾ ਰਹੀ ਹੈ, ਜਿਸ ਨਾਲ ਇਸ ਦੀ ਕੀਮਤ ਲਗਭਗ 11-12 ਰੁਪਏ ਡੀਜ਼ਲ ਦੀ ਤੇ ਕੁਛ ਇੱਥੇ 5 ਦੇ ਆਸ-ਪਾਸ ਜਿਹੜੀ ਪੈਟਰੋਲ ਦੀ ਆ ਉਹ ਘੱਟ ਹੋ ਜਾਵੇਗੀ। ਆਮ ਲੋਕਾਂ 'ਚ ਤੁਸੀਂ ਕਿਸ ਤਰ੍ਹਾਂ ਦਾ ਸੈਂਟੀਮੈਂਟ ਦੇਖਦੇ ਹੋ? ਇੰਨੇ ਕੁ ਨਾਲ ਸਰ ਜਾਵੇਗਾ ਜਾਂ ਜੇ ਇੱਕ ਵਾਰੀ ਹੋਰ ਕਟੌਤੀ ਦੀ ਲੋੜ ਹੈ ਤੇ ਉਹ ਵੀ ਕਿਸੇ ਪਾਸਿਓਂ ਆ ਸਕਦੀ ਹੈ? ਅਹੀਰ ਸਾਹਿਬ, ਤੁਸੀਂ ਜਿਹੜੀ ਗੱਲ ਕੀਤੀ ਡੀਜ਼ਲ ਪੈਟਰੋਲ ਦੀਆਂ ਕੀਮਤਾਂ, ਕਿ ਆਪਾਂ ਜਿਹੜੀ ਅੰਦੋਲਨ ਦੀ ਵੀ ਗੱਲ ਕਰ ਲਈਏ, ਤੇ ਜਦੋਂ ਸ਼ੁਰੂਆਤੀ ਦੌਰ ਪਿਛਲੇ ਸਾਲ 'ਚ ਹੋਇਆ ਤਾਂ ਉਦੋਂ ਤਕਰੀਬਨ 2600 ਦੀ ਜਿਹੜੀ ਟੈਂਕੀ ਭਰਦੀ ਸੀ ਤੇ ਦਿੱਲੀ ਦੇ ਅੰਦੋਲਨ ਵਿੱਚ ਬੰਦਾ ਪਹੁੰਚ ਜਾਂਦਾ ਸੀਗਾ। ਉਹੀ ਸਾਲ ਬੀਤਦਿਆਂ ਟੈਂਕੀ ਇਸ ਵੇਲੇ 3400-3500 ਦੀ ਜਿਹੜੀ ਆ ਉਹ ਫੁੱਲ ਹੁੰਦੀ ਤੇ ਤਾਂ ਜਾ ਕੇ ਕਿਤੇ ਤੁਸੀਂ ਮਤਲਬ ਦਿੱਲੀ ਦੇ ਅੰਦੋਲਨ 'ਚ ਪਹੁੰਚ ਸਕਦੇ ਆ। ਮਤਲਬ ਕਹਿਣ ਦਾ ਵੀ ਜਿਸ ਵੇਲੇ 55 ਤੋਂ 60 ਰੁਪਏ ਦੇ ਨੇੜੇ ਤੇੜੇ ਡੀਜ਼ਲ ਸੀਗਾ ਤੇ 65 ਕੁ ਰੁਪਏ ਦੇ ਨੇੜੇ ਤੇੜੇ ਉਸ ਵੇਲੇ ਪੈਟਰੋਲ ਸੀਗਾ, ਤੇ ਉਸ ਵੇਲੇ ਭਾਜਪਾ ਦੇ ਖਾਸ ਕਰਕੇ ਸਿਮਰਤੀ ਇਰਾਣੀ, ਜਿਹੜੇ ਅਰੁਣ ਜੇਟਲੀ ਇਸ ਵਾਰੀ ਇਸ ਦੁਨੀਆ ਦੇ ਵਿੱਚ ਇਸ ਵਾਰ ਨਹੀਂ ਹਨ, ਜਾਂ ਹੋਰ ਜਿਹੜੇ ਭਾਜਪਾ ਦੇ ਆਪਣੇ ਆਪ ਨੂੰ ਕਹਿੰਦੇ ਤੇਜ਼ ਤਰਾਰ ਲੀਡਰ ਆ, ਤੇ ਉਹ ਇਸ ਵੇਲੇ ਮਤਲਬ ਝੱਗੇ ਲਾ ਕੇ ਸੜਕਾਂ ਤੇ ਘੁੰਮਦੇ ਹੁੰਦੇ ਸੀ, ਸਾਈਕਲ ਲੈ ਕੇ, ਸਿਲੰਡਰ ਮੋਢਿਆਂ ਤੇ ਰੱਖ ਕੇ। ਤੇ ਇੱਕ ਇਹਨਾਂ ਦਾ ਬਹੁਤ ਹੀ ਚਹੇਤਾ ਕਹਿ ਸਕਦੇ ਆ ਕਿ ਇਹਨਾਂ ਦੀ ਕੱਛ ਦਾ ਬਾਲ ਜਿਹੜਾ ਬਾਬਾ, ਉਹ ਜਿਹੜਾ ਅੱਖ ਟਮਾ ਕੇ ਇਹ ਗੱਲ ਕਹਿੰਦਾ ਸੀ ਚੈਨਲਾਂ ਤੇ ਜਾ ਕੇ, ਵੀ ਤੁਸੀਂ ਜੇ 35 ਰੁਪਏ ਡੀਜ਼ਲ ਪੈਟਰੋਲ ਲੈਣਾ ਆ ਤੇ ਵੋਟ ਜਿਹੜੀ ਉਹ ਮੋਦੀ ਨੂੰ ਪਾ ਦਿਓ, ਤੇ ਜੇ ਤੁਸੀਂ ਲੈਣਾ ਆ 65-70 ਰੁਪਏ ਤਾਂ ਫਿਰ ਤੁਸੀਂ ਡਾਕਟਰ ਮਨਮੋਹਨ ਸਿੰਘ ਨੂੰ ਪਾ ਦਿਓ। ਮਤਲਬ ਉਹ ਦੁਨੀਆ ਦਾ ਅਰਥ ਸ਼ਾਸਤਰੀ, ਜਿਹਨੂੰ ਕਿ ਸਾਰੀ ਦੁਨੀਆ ਅੱਜ ਤੱਕ ਮਤਲਬ ਕਹਿ ਸਕਦੇ ਸਲਾਮ ਕਰਦੀ, ਸੈਲੂਟ ਕਰਦੀ ਆ, ਉਹ ਬੰਦਾ ਜ਼ਰੂਰ ਠੀਕ ਆ ਬਈ, ਕਹਿ ਸਕਦੇ ਕਿ ਬਹੁਤ ਵੱਡਾ ਰਾਜਨੀਤੀਕਾਰ ਤਾਂ ਨਹੀਂ ਸੀ ਜਿੱਦਾਂ ਦਾ ਰਾਜਨੀਤੀ ਇਹ ਭਾਜਪਾ ਦੇ ਲੀਡਰ ਖੇਡਦੇ ਆ, ਪਰ ਡਾਕਟਰ ਮਨਮੋਹਨ ਸਿੰਘ ਦੀ ਕੋਈ ਆਰਥਿਕ ਨੀਤੀ ਦੇ ਉੱਤੇ ਕਦੀ ਕੋਈ ਉਂਗਲੀ ਨਹੀਂ ਉਠਾ ਸਕਿਆ। ਜਦੋਂ ਸਾਰੀ ਦੁਨੀਆ ਦਾ ਵਪਾਰ ਡੁੱਬ ਰਿਹਾ ਸੀ, ਸਾਰੀ ਦੁਨੀਆ ਦੀ ਆਰਥਿਕਤਾ ਹਿੱਲ ਰਹੀ ਸੀਗੀ, ਉਸ ਵੇਲੇ ਭਾਰਤ ਦੀ ਆਰਥਿਕਤਾ ਨੂੰ ਡਾਕਟਰ ਮਨਮੋਹਨ ਸਿੰਘ ਨੇ ਖੜੇ ਕੀਤਾ। ਤੇ ਅੱਜ ਦੇਖ ਲਓ ਤੁਸੀਂ, ਜਿਹੜੀ ਮਾਈਨਸ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਭਾਰਤ ਦੀ ਵਿਕਾਸ ਦਰ ਜਿਹੜੀ ਜਾ ਚੁੱਕੀ ਆ। ਇਹ ਚੀਜ਼ਾਂ ਨੂੰ ਲੈ ਕੇ ਭਾਜਪਾ ਨੇ ਜਿਹੜਾ 35-35 ਪੈਸੇ ਕਰਕੇ, 25-25 ਪੈਸੇ ਕਰਕੇ, ਇਹ ਜਿਹੜਾ 60-65-70 ਰੁਪਏ ਤੋਂ 7 ਸਾਲ ਦੇ ਵਿੱਚ 100 ਦਾ ਜਿਹੜਾ ਸੈਂਕੜੇ ਦਾ ਕਹਿ ਸਕਦੇ ਹਾਂ ਕਿ ਹਾਸਲ ਜਿਹੜਾ ਕਰ ਲਿਆ ਆ ਟੀਚਾ, ਉਹ ਤੋਂ ਜੇ ਹੁਣ 10 ਰੁਪਏ ਘਟਾਉਂਦੇ ਆ, ਇਹਦੇ ਨਾਲ ਕੋਈ ਬਾਹਲਾ ਵੱਡਾ ਇਹ ਤਾਂ ਨਹੀਂ ਹੋ ਗਿਆ ਵੀ ਜਿਹੜਾ ਡਾਕਟਰ ਮਨਮੋਹਨ ਵੇਲੇ ਸੀਗਾ ਉਹੀ ਰੇਟ ਆ ਗਿਆ। ਪਰ ਕਹਿੰਦੇ ਨਹੀਂ ਹੁੰਦੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ, ਜਿਹੜਾ 100 ਤੋਂ ਪਾਰ ਕਰਕੇ 110 ਰੁਪਏ 112 ਰੁਪਏ ਵੱਲ ਨੂੰ ਜਾ ਰਿਹਾ ਸੀਗਾ। ਇਹਦੇ ਲਈ ਜੇ ਸਰਕਾਰ ਨੇ 10 ਰੁਪਏ ਦੀ ਕਟੌਤੀ ਕੀਤੀ ਆ ਐਕਸਾਈਜ਼ ਡਿਊਟੀ ਵਿੱਚ, ਤੇ ਉਹਦੇ ਤੋਂ ਇਹ ਲੱਗਦਾ ਆ ਕਿ ਤਾਜੀ ਜਿਹੜੀ ਆ ਜਿਹੜੀ ਗੱਲ ਰਾਜਨੀਤਿਕ ਦਲਾਂ ਨੂੰ, ਰਾਜਨੀਤਿਕ ਪਾਰਟੀਆਂ ਨੂੰ ਸਮਝ ਸੌਖੀ ਲੱਗਦੀ ਹੁੰਦੀ ਆ, ਉਹ ਹੁੰਦੀ ਆ ਹੀਰ ਸਾਹਿਬ ਵੋਟਾਂ ਦੀ ਚਪੇੜ। ਉਹ ਵੋਟਾਂ ਦੀ ਚਪੇੜ ਜਿਹੜੀ ਆ ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੀ ਜਿਮਨੀ ਚੋਣਾਂ ਹੋਈਆਂ ਆ, ਉਹ ਵੋਟਾਂ ਦੀ ਚਪੇੜ ਜਿਹੜੀ ਪਈ ਆ, ਵੋਟਾਂ ਦੀ ਚਪੇੜ ਨੇ ਹੀ ਇਹਨਾਂ ਦਾ ਜਿਹੜਾ 10 ਰੁਪਏ ਐਕਸਾਈਜ਼ ਘਟਾਉਣ ਦਾ ਫੈਸਲਾ ਆ ਉਹਦੇ ਤੇ ਮੋਹਰ ਲਾਈ ਆ। ਜੇਕਰ ਉਹ ਇਹ ਸਟੇਟਾਂ ਚੋਂ ਅਜੇ ਵੀ ਬੀਜੇਪੀ ਜਿੱਤ ਜਾਂਦੀ, ਤੇ ਤੁਸੀਂ ਮਤ ਸੋਚੋ ਕਿ ਜਿਹੜੇ 10 ਰੁਪਏ ਘਟੇ ਆ, ਇਹ 10 ਰੁਪਏ ਘਟਣੇ ਨਹੀਂ ਸੀਗੇ, ਇਹ ਹੌਲੀ-ਹੌਲੀ ਕਰਕੇ ਇਹਨਾਂ ਨੇ ਜਿੱਥੇ 35 ਪੈਸੇ ਵੱਧਦੇ ਹੀ ਨਹੀਂ, ਰੁਪਈਆ 2-2 ਰੁਪਈਏ ਕਰਕੇ ਵਧਾਉਣੇ ਸ਼ੁਰੂ ਕਰ ਦੇਣੇ ਸੀਗੇ। ਕਿਉਂਕਿ ਜੀਐਸਟੀ ਦੇ ਦਾਇਰੇ ਤੋਂ ਰੱਖਿਆ ਹੀ ਇਸ ਕਰਕੇ ਬਾਹਰ ਗਿਆ ਸੀਗਾ ਡੀਜ਼ਲ ਪੈਟਰੋਲ ਨੂੰ, ਕਿ ਜਦੋਂ ਮਰਜ਼ੀ ਇਹ ਚੁੱਪ ਕੀਤੇ ਹੌਲੀ-ਹੌਲੀ ਟੀਕਾ ਲਾਉਂਦੇ ਜਾਵਾਂਗੇ, ਹੌਲੀ-ਹੌਲੀ ਟੀਕਾ ਲਾਉਂਦੇ ਜਾਵਾਂਗੇ, ਚਾਹੇ ਰਾਜ ਸਰਕਾਰਾਂ ਨੇ ਤੇ ਚਾਹੇ ਸੈਂਟਰ ਸਰਕਾਰ ਨੇ, ਕਿਸੇ ਨੇ ਵੀ ਘੱਟ ਨਹੀਂ ਕੀਤੀ। ਹੁਣ ਤੱਕ ਵੀ ਅਖਬਾਰਾਂ ਜਿਹੜੇ ਅੰਕੜੇ ਆਉਂਦੇ ਆ, ਉਹ ਇਹਨਾਂ ਕੱਚੇ ਪਦਾਰਥਾਂ ਦੀ ਜਾਂ ਪੈਟਰੋਲ ਦੀ ਕੀਮਤ ਤਾਂ ਦੱਸ ਰਿਹਾ ਵਾ 30 ਰੁਪਏ ਤੋਂ 40 ਰੁਪਏ ਦੇ ਨੇੜੇ ਤੇੜੇ ਇਰਦ ਗਿਰਦ ਰਹਿੰਦੀ ਆ। ਬਾਕੀ ਤਾਂ ਸਾਰੇ ਇਹਨਾਂ ਦੇ ਸੈਂਟਰ ਸਰਕਾਰ ਦੇ, ਤਾਂ ਪੰਜਾਬ ਸਰਕਾਰ ਦੇ ਜਾਂ ਸਟੇਟ ਸਰਕਾਰਾਂ ਦੇ ਆਪਣੇ ਟੈਕਸ ਲੱਗੇ ਹੋਏ ਨੇ। ਹੁਣ ਦੇਖਦੇ ਆ ਕਿ ਹੁਣੇ ਖਬਰ ਆ ਸੀ, ਹਰਿਆਣਾ ਨੇ ਵੀ ਬਹੁਤ ਵੱਡੇ ਪੱਧਰ ਤੇ ਇੱਕ ਰਾਹਤ ਦਿੱਤੀ ਆ, ਜਿਹਦੇ ਨਾਲ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਹਰਿਆਣੇ ਵਿੱਚ ਜਿਹੜੀਆਂ ਉਹ ਵੀ ਕਹਿ ਸਕਦੇ ਆ ਕਿ ਦੀਵਾਲੀ ਦੇ ਤੋਹਫੇ ਦੇ ਵਾਂਗੂ ਸਰਕਾਰ ਇਸ ਵੇਲੇ ਚੈਨਲਾਂ ਤੇ ਪ੍ਰਸਾਰਿਤ ਕਰ ਰਹੀ ਆ। ਤੇ ਪੰਜਾਬ ਸਰਕਾਰ ਵੀ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਹਿੱਸੇ ਦਾ ਕਿੰਨਾ ਇਹਦੇ ਵਿੱਚ ਲੋਕਾਂ ਨੂੰ ਰਹਿਤ ਕਰਦੀ ਆ, ਜਾਂ ਕਿੰਨਾ ਲੋਕਾਂ ਦਾ ਰੇਟ ਘਟਾਉਂਦੀ ਆ। ਕਿਉਂਕਿ ਬਹੁਤ ਵੱਡੀ ਜਿਹੜੀ ਇਸ ਵੇਲੇ ਮਾਰ ਪੈ ਰਹੀ ਆ, ਉਹ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਕਰਕੇ ਹੀ ਸਾਰੇ ਸਮਾਜ ਨੂੰ, ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਇਸ ਸਰਕਾਰ ਦੇ ਡੀਜ਼ਲ ਪੈਟਰੋਲ ਦੇ ਰੇਟਾਂ ਨੇ। ਹੁਣ ਦੇਖਦੇ ਆ ਕਿ ਜਿਸ ਤਰ੍ਹਾਂ ਇੱਕ ਕਹਿ ਸਕਦੇ ਆ ਕਿ ਰਾਜਨੀਤਿਕ ਮਾਹਰੇ ਮੰਨ ਰਹੇ ਨੇ ਕਿ ਜਿਹੜੀਆਂ ਜਿਮਨੀ ਚੋਣਾਂ ਦੇ ਵਿੱਚ ਨਾ ਜਿਹੜਾ ਇਸ ਵੇਲੇ ਸ਼ੀਸ਼ਾ ਦਿਸਿਆ ਆ, ਉਹ ਕੁਆਟਰ ਫਾਈਨਲ ਆ, ਤੇ ਜਿਹੜਾ ਸੈਮੀ ਫਾਈਨਲ ਆ ਉਹ 5 ਰਾਜਾਂ ਦੀਆਂ ਚੋਣਾਂ ਆਉਣਗੀਆਂ।
ਤੇ ਜਿਹੜਾ ਫਾਈਨਲ ਹੋਊਗਾ ਫਿਰ 2024 ਦੇ ਵਿੱਚ ਹੋਊਗਾ। ਇਸ ਵਕਤ ਜਿਹੜਾ ਯੂਪੀ ਦੇ ਹਾਲਾਤ ਮੈਂ ਖੁਦ ਦੇਖਿਆ ਆ ਪਿਛਲੇ 8-10 ਦਿਨ ਪਹਿਲਾਂ, ਜਿਸ ਰਾਜ ਦੇ ਸਿਰ ਤੇ, ਜਿਸ ਸਟੇਟ ਦੇ ਸਿਰ ਤੇ ਦਿੱਲੀ ਦੀ ਸੱਤਾ ਨੂੰ ਹੱਥ ਪੈਂਦਾ, ਦਿੱਲੀ ਦੀ ਕੁਰਸੀ ਨੂੰ ਹੱਥ ਪੈਂਦਾ, ਉਹ ਬਹੁਤ ਵੱਡੀ ਸਟੇਟ ਵੀ ਇਸ ਵਾਰ ਮੋਦੀ ਸਰਕਾਰ ਦੇ ਜਾਂ ਭਾਜਪਾ ਦੇ ਹੱਥੋਂ ਜਾਣ ਨੂੰ ਤਿਆਰ ਬੈਠੀ ਆ। ਕੋਈ ਬਹੁਤ ਵੱਡੀ, ਕੋਈ ਕਹਿ ਸਕਦੇ ਕਿ ਫੇਰ ਬਦਲ ਹੋ ਜਾਵੇ ਕੋਈ ਦੁਨੀਆ ਦਾ, ਜਿਸ ਤਰ੍ਹਾਂ ਕਹਿ ਸਕਦੇ ਕਿ ਵੱਡੀ ਪੁਲਵਾਮਾ ਵਰਗੀ ਕੋਈ ਘਟਨਾ ਇਦਾਂ ਦੀ ਕੋਈ ਆ ਜਾਵੇ ਤਾਂ ਕੋਈ 20 ਵਾਰੀ ਕੋਈ ਦ੍ਰਿਸ਼ ਬਦਲ ਜਾਵੇ। ਇਸ ਵਕਤ ਚਾਹੇ ਕੋਈ ਬੀਜੇਪੀ ਦਾ ਕਾਰਕੁਨ ਆ ਤੇ ਚਾਹੇ ਆਮ ਲੋਕ ਆ, ਉਹ ਲੋਕ ਜਿਹੜੇ ਆ ਮਹਿੰਗਾਈ ਨੂੰ ਲੈ ਕੇ ਤਰਾਹ ਕਰਦੇ ਆ। ਇਹ ਤਰਾਹ ਕਰਦੇ ਹੀ ਕਰਦੇ ਕਰਕੇ ਹੀ ਜਿਹੜਾ ਇਹ ਵੱਡਾ ਬੀਜੇਪੀ ਨੂੰ ਇੱਕ ਸਬਕ ਮਿਲਿਆ ਜ਼ਿਮਨੀ ਚੋਣਾਂ 'ਚ। ਹੁਣ ਦੇਖਦੇ ਆ ਕਿ ਸਬਕ ਤੋਂ ਸਿੱਖ ਕੇ ਕਹਿੰਦੇ ਹੁੰਦੇ ਆ ਵੀ ਅੱਗੇ ਨੂੰ ਜਾਂਦੇ ਆ ਕਿ ਜਾਂ ਫਿਰ ਆਪਣੀ ਅੜੀ ਤੇ ਖੜੇ ਰਹਿੰਦੇ ਆ। ਇਹ 10 ਰੁਪਏ ਦੇ ਨਾਲ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਆ, ਪਰ ਡਾਕਟਰ ਮਨਮੋਹਨ ਸਿੰਘ ਵਾਲਾ ਰੇਟ ਦੇਣ ਦੇ ਵਿੱਚ ਹਜੇ ਵੀ ਸਰਕਾਰ ਬਹੁਤ ਪੌਡੇ ਦੂਰ ਬੈਠੀ ਆ। ਜੀ ਜੀ, ਬਿਲਕੁਲ ਜੀ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਮੈਂ ਦਰਸ਼ਕਾਂ ਨਾਲ ਕੁਝ ਇੱਕ ਸਵਾਲ ਦੇ ਮੁੱਦੇ ਤੇ ਮੈਂ ਕੋਈ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਹਾਂ। ਸੌਦਾ, ਜਿਵੇਂ ਤੁਸੀਂ ਆਖਿਆ ਕਿ ਜਿਹੜਾ ਵੋਟਾਂ ਦਾ ਸ਼ੀਸ਼ਾ ਹੁੰਦਾ ਨਾ, ਇਸ ਵਿੱਚ ਆਪਣੀ ਸ਼ਕਲ ਵੀ ਦਿਸਦੀ ਹੈ ਕਿ ਕਿਸ ਤਰ੍ਹਾਂ ਦੀ ਹੈ, ਤੇ ਲੋਕ ਜਿਹੜੇ ਜਦੋਂ ਦਿਖਾਉਂਦੇ ਨੇ ਤੇ ਫਿਰ ਹੋਰ ਵੀ ਸੋਹਣਾ ਜਿਹੜਾ ਪਤਾ ਲੱਗਦਾ ਹੈ ਕਿ ਅਸੀਂ ਕਿੱਥੇ ਕੁ ਖਲੋਤੇ ਹੋਏ ਹਾਂ। ਜੀ ਹੁਣ ਇਸੇ ਹੀ ਵੋਟਾਂ ਦੇ ਚੱਕਰ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਫੇਵਰੇਟ ਸਾਧ ਜਿਹੜਾ ਸੀ ਉਹ ਰਾਮ ਰਹੀਮ ਸੀ। ਰਾਮ ਰਹੀਮ ਨੇ ਜਿਹੜਾ ਆਪਣਾ ਇੱਕ ਸ਼ਾਸਨ ਚਲਾਇਆ ਇੰਨੇ ਲੰਬਾ ਸਮਾਂ, ਔਰ ਰਾਜ ਭਾਗ ਇਸ ਤਰ੍ਹਾਂ ਦਾ ਭੋਗਿਆ ਕਿ Z+ ਸਿਕਿਉਰਿਟੀ ਤੇ ਬਾਬੇ ਨੂੰ ਪਰਵਾਹ ਨਹੀਂ ਸੀ। ਬਾਬਾ ਪਟਾਂ ਤੇ ਹੱਥ ਮਾਰ ਕੇ ਕਹਿੰਦਾ ਸੀ ਕਿ ਅਸੀਂ ਤੇ ਬੜੇ ਬੜਿਆਂ ਨੂੰ ਸਿੱਧੇ ਕੀਤਾ ਹੋਇਆ, ਕਿਸੇ ਨੂੰ ਸ਼ੱਕ ਹੈ ਤੇ ਮੇਰੇ ਕੋਲ ਆ ਜਾਵੇ ਕੋਈ, ਤੇ ਬਿਲਕੁਲ ਸਿੱਧੇ ਕਰਕੇ ਰੱਖ ਦੇਵਾਂਗੇ। ਤੇ ਬਾਬੇ ਦਾ ਹੱਥ ਬਾਲੀਵੁੱਡ ਦੇ ਉਹਨਾਂ ਮੰਨੇ ਪ੍ਰਮੰਨੇ ਲੋਕਾਂ ਤੱਕ ਇੰਝ ਪੈਂਦਾ ਸੀ ਕਿ ਉਹ ਇੱਕ ਇਸ਼ਾਰਾ ਕਰਦਾ ਸੀ ਤੇ ਭੱਜਾ ਆਉਂਦਾ ਸੀ। ਤੇ ਬਾਬਾ ਤੇ ਇਹ ਵੀ ਕਹਿਣ ਲੱਗ ਪਿਆ ਸੀ ਕਿ ਵਿਰਾਟ ਕੋਹਲੀ ਨੂੰ ਖੇਡਣੇ ਮੈਂ ਸਿਖਾਇਆ। ਅਖੀਰ ਬਾਬੇ ਦੇ ਪਾਪਾਂ ਦਾ ਘੜਾ ਜਦੋਂ ਪੂਰਾ ਭਰ ਗਿਆ, ਫਿਰ ਉਸ ਦੇ ਵਿੱਚੋਂ ਪਾਪ ਨਿਕਲ ਕੇ ਜਿਹੜੇ ਸੀ ਉਹ ਬਾਹਰ ਆਉਣ ਲੱਗੇ। ਤੇ ਜਿਹੜੇ ਸਭ ਤੋਂ ਡੂੰਘੇ ਪਾਪ ਸੀ ਉਹਨਾਂ ਦੇ ਵਿੱਚੋਂ 3 ਜਿਹੜੇ ਕੇਸ ਸੀ ਉਹਨਾਂ ਦੇ ਵਿੱਚ ਉਹਨੂੰ ਸਜ਼ਾ ਹੋ ਚੁੱਕੀ ਹੈ। ਸਾਧਵੀਆਂ ਨਾਲ ਬਲਾਤਕਾਰ ਹੈ, ਡੇਰੇ ਦੇ ਸਾਬਕਾ ਡਰਾਈਵਰ ਰਣਜੀਤ ਸਿੰਘ ਦੇ ਕਤਲ ਦਾ ਮਾਮਲਾ ਹੈ, ਰਾਮਚੰਦਰ ਛਤਰਪਤੀ ਜਿਹੜਾ ਪੱਤਰਕਾਰ ਸੀ ਉਸਦੇ ਕਤਲ ਦਾ ਮਾਮਲਾ, ਸਾਰਿਆਂ ਦੇ ਵਿੱਚ ਬਾਬੇ ਨੂੰ ਸਜ਼ਾ ਹੋਈ ਹੈ। ਪਰ ਅਜੇ ਵੀ ਕੁਝ ਨਾ ਕੁਝ ਜਿਹੜਾ ਹੈ, ਜਿਹੜਾ ਬਾਬੇ ਦੇ ਹੱਥ ਵਿੱਚ ਹੈ। ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ ਇੱਕ ਤਾਂ ਗੱਲ। ਦੂਸਰੀ ਗੱਲ ਇਹ ਹੈ ਕਿ ਸੁਨਾਰੀਆ ਜੇਲ੍ਹ ਦੇ ਵਿੱਚੋਂ ਅੱਜ ਤੱਕ ਉਸਦੀ ਕੋਈ ਫੋਟੋ ਨਹੀਂ ਆਉਂਦੀ। ਤੁਸੀਂ ਅੰਦਾਜ਼ਾ ਇਸ ਗੱਲ ਦਾ ਲਾਓ ਕਿ ਜਿਹੜੀ ਸਿਕਿਉਰਿਟੀ ਬਾਬੇ ਦੇ ਕੋਲ Z+ ਹੈ, ਉਹੀ Z+ ਸਿਕਿਉਰਿਟੀ ਸੁਮੇਧ ਸੈਣੀ ਦੇ ਕੋਲ ਹੈ। ਸੁਮੇਧ ਸੈਣੀ ਇੱਕ ਰਾਤ ਹਿਰਾਸਤ ਦੇ ਵਿੱਚ ਜਾਂਦਾ ਹੈ ਤੇ ਉਸਦੀ ਵੀਡੀਓ ਵੀ ਆ ਜਾਂਦੀ ਤੇ ਉਸਦੀਆਂ ਫੋਟੋਆਂ ਵੀ ਆ ਜਾਂਦੀਆਂ ਨੇ, ਉਹ ਵੀ ਸਾਬਕਾ DGP ਦੀਆਂ, ਉਹ ਵੀ ਵਿਜੀਲੈਂਸ ਦੀ ਹਿਰਾਸਤ ਵਿੱਚੋਂ। ਤੁਸੀਂ ਹੁਣ ਅੰਦਾਜ਼ਾ ਲਗਾਓ ਕਿ ਬਾਬੇ ਨੂੰ ਕਿਸ ਤਰ੍ਹਾਂ ਦਾ ਸਿਸਟਮ ਔਰ ਕਿਸ ਤਰ੍ਹਾਂ ਦੀਆਂ ਗੱਲਾਂ ਉਸਦੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਜਿਸ ਤਰ੍ਹਾਂ ਉਹਨੂੰ ਪਿਛਲੇ ਦਿਨਾਂ ਵਿੱਚ ਪਰੋਲ ਦਿੱਤੀ ਗਈ ਕਿ ਤੂੰ ਜਾਇਆ ਆਪਣੀ ਮਾਂ ਨੂੰ ਮਿਲਿਆ, ਤੇ ਉਹ ਕਦੇ ਰਾਹ ਵਿੱਚ ਕਿਤੇ ਰੁਕਦਾ ਸੀ, ਕਦੇ ਕਿਤੇ ਰੁਕਦਾ ਸੀ, ਕਦੇ ਕਹਿੰਦਾ ਸੀ ਮੈਨੂੰ ਹਨੀਪ੍ਰੀਤ ਵੀ ਮਿਲਣੀ ਚਾਹੀਦੀ ਹੈ, ਜ਼ਰੂਰ ਚਾਹੀਦੀ ਹੈ, ਮੈਂ ਉਸਨੂੰ ਵੀ ਮਿਲਣਾ। ਉਸਦੀਆਂ ਇੱਛਾਵਾਂ ਪੂਰੀਆਂ ਹੋਣ ਲੱਗ ਪਈਆਂ ਸੀ। ਪਰ ਫਿਰ ਅਦਾਲਤ ਦਾ ਇੱਕ ਹੋਰ ਫੈਸਲਾ ਆ ਗਿਆ ਜਿਸ ਨੇ ਬਾਬੇ ਨੂੰ ਸਲਾਖਾਂ ਦੀ ਅੰਦਰਲੀ ਕੋਠੜੀ ਦੇ ਵਿੱਚ ਉਸਨੂੰ ਪਿੱਛੇ ਸੁੱਟਿਆ। ਹੁਣ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਜੀ ਕਿ ਤੁਸੀਂ ਦੇਖੋ ਕਿ APS ਦਿਓਲ ਦੇ ਮਾਮਲੇ ਤੇ ਜਿਹੜੀ ਬੇਸਵਾਦੀ ਕਿਰਕਰੀ ਹੋਈ ਹੈ, ਖੁਦ APS ਦਿਓਲ ਦੀ ਤੇ ਪੰਜਾਬ ਸਰਕਾਰ ਦੀ, ਉਹ ਤੁਸੀਂ ਵੇਖੀ ਹੈ। ਅਸਤੀਫਾ ਦੇ ਦਿੱਤਾ, ਨਹੀਂ ਦਿੱਤਾ, ਦੇ ਦਿੱਤਾ, ਨਹੀਂ ਦਿੱਤਾ। ਹੁਣ APS ਦਿਓਲ ਦੇ ਖਿਲਾਫ ਜਿਹੜੀਆਂ ਗੱਲਾਂ ਗਈਆਂ ਨੇ, ਇੱਕ ਤੇ ਇਹੋ ਹੀ ਸੀ ਕਿ ਉਹ ਸੁਮੇਧ ਸੈਣੀ ਦੇ ਵਕੀਲ ਰਹਿ ਚੁੱਕੇ ਨੇ। ਦੂਸਰੀ ਜਿਹੜੀ ਗੱਲ ਇਹ ਸੀ ਕਿ ਉਹ ਅਦਾਲਤ ਦੇ ਵਿੱਚ, ਹਾਈ ਕੋਰਟ ਦੇ ਵਿੱਚ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਟੀਮ ਦਾ ਪੱਖ ਨਹੀਂ ਰੱਖ ਸਕੇ, ਜਿਸ ਦੇ ਵਿੱਚ ਬਾਬੇ ਨੂੰ ਪੰਜਾਬ ਲਿਆ ਕੇ ਜਿਹੜੀ ਹੈ ਪੁੱਛਗਿੱਛ ਕੀਤੀ ਜਾਣੀ ਸੀ। ਹੁਣ ਬਾਬੇ ਨੂੰ ਇਸ ਗੱਲ ਤੋਂ ਛੋਟ ਮਿਲ ਗਈ, ਚਾਹੇ ਉਹ ਸੁਰੱਖਿਆ ਕਾਰਨਾਂ ਕਰਕੇ ਹੋਵੇ, ਪਰ ਹੇਠਲੀ ਅਦਾਲਤ ਦੇ ਫੈਸਲੇ ਨੂੰ ਵੀ ਹਾਈ ਕੋਰਟ ਨੇ ਪਲਟ ਦਿੱਤਾ। ਤੇ ਇਸ ਨੂੰ ਜਿਹੜੇ ਵਿਰੋਧੀ ਸੀ APS ਦਿਓਲ ਦੇ, ਨਵਜੋਤ ਸਿੰਘ ਸਿੱਧੂ ਜਾਂ ਉਹਨਾਂ ਦੇ ਸਾਥੀ ਜਾਂ ਹੋਰ ਕਾਨੂੰਨੀ ਮਾਹਰ ਸੀ, ਉਹਨਾਂ ਨੇ ਇਸ ਨੂੰ ਪੰਜਾਬ ਸਰਕਾਰ ਦੀ ਹਾਰ ਵਜੋਂ ਵੇਖਿਆ ਕਿ ਭਾਈ ਤੁਸੀਂ ਬਾਬੇ ਨੂੰ ਲਿਆ ਨਹੀਂ ਸਕੇ। ਇੰਨੇ ਕੇਸ ਹੋਏ ਨੇ ਬਾਬੇ ਤੇ, ਸਾਰੇ ਦੇ ਕੇਸਾਂ ਦੇ ਵਿੱਚ ਸਜ਼ਾ ਉਸਨੂੰ ਲਗਾਤਾਰ ਹੋ ਰਹੀ ਹੈ। ਤੇ ਬੇਅਦਬੀ ਮਾਮਲੇ ਦੇ ਵਿੱਚ ਜਿਸ ਦੇ ਪੈਰੋਕਾਰ ਫਸੇ ਹੋਏ ਨੇ, ਭਗੌੜੇ ਵੀ ਨੇ, ਮਰੇ ਵੀ ਜਾ ਚੁੱਕੇ ਨੇ ਤੇ ਸ਼ਾਮਿਲ ਹੈ, ਉਹਨਾਂ ਦੀ ਹੈਂਡਰਾਈਟਿੰਗ ਵੀ ਮਿਲ ਗਈ ਹੈ, ਸਭ ਕੁਝ ਹੋ ਗਿਆ, ਕਈਆਂ ਦੇ ਕੇਸ ਪਏ ਹੋਏ ਨੇ। ਇਹ ਗੱਲ ਸਾਬਤ ਹੈ ਬਾਰ-ਬਾਰ ਕਿ ਬੇਅਦਬੀ ਦੇ ਕਾਂਡ ਦੇ ਵਿੱਚ ਸਭ ਤੋਂ ਵੱਡੀ ਸ਼ੱਕ ਦੀ ਸੂਈ ਇਸੇ ਪ੍ਰੇਮੀਆਂ ਵੱਲ ਹੈ। ਤੇ ਫਿਰ ਉਹਦੇ ਬਾਬੇ ਨੂੰ ਅੱਜ ਤੱਕ ਪੰਜਾਬ ਦੇ ਵਿੱਚ ਕਿਉਂ ਨਹੀਂ ਕਾਨੂੰਨ ਦੇ ਕਟਹਿਰੇ ਵਿੱਚ ਲੈਂਦਾ ਗਿਆ? ਬੇਅਦਬੀ ਜਿਹੜੀ ਹੈ, ਅਦਾਲਤ ਦੀ ਕਾਰਵਾਈ ਤੇ ਵੀ ਸਵਾਲ ਹੈ, ਬੇਅਦਬੀ ਪੰਜਾਬ 'ਚ ਹੋਈ ਸੀ ਕਿ ਚੰਡੀਗੜ੍ਹ ਹੋਈ ਸੀ?
ਕਿਉਂ ਨਹੀਂ ਜੀ ਲੈਂਦਾ ਜਾ ਸਕਦਾ? ਜੇ ਉਹਨੂੰ ਹੋਰ ਅਦਾਲਤਾਂ ਦੇ ਵਿੱਚ ਪੇਸ਼ ਕੀਤਾ ਜਾ ਸਕਦਾ, ਭਾਵੇਂ ਵਰਚੁਅਲੀ ਪੇਸ਼ ਕਰੋ, ਜਿਵੇਂ ਮਰਜ਼ੀ ਕਰੋ, ਸਿਕਿਉਰਿਟੀ ਦਾ ਕੀ ਹੈ? ਜੇ ਸਰਕਾਰਾਂ ਇੰਨਾ ਕੰਮ ਨਹੀਂ ਕਰ ਸਕਦੀਆਂ ਕਿ ਇੰਨੀ ਵੱਡਾ ਸਿਕਿਉਰਿਟੀ ਦਾ ਮਸਲਾ ਹੈ ਕਿ ਕੋਈ ਗੜਬੜ ਹੋ ਜਾਵੇਗੀ, ਉਸ ਨੂੰ ਲਿਆਉਣਾ ਚਾਹੀਦਾ ਸੀ। ਖੈਰ, ਉਸ ਦੀ ਹੁਣ ਪੇਸ਼ੀ ਜਿਹੜੀ ਹੈ ਉਹ ਜੇਲ੍ਹ ਦੇ ਅੰਦਰ ਹੀ ਜਿਹੜੀ ਹੈ SIT ਨੇ ਉਸ ਤੋਂ ਪੁੱਛਗਿੱਛ ਕਰਨੀ ਹੈ, ਉਹ ਟੀਮ ਜਾਵੇਗੀ ਸੁਨਾਰੀਆ ਜੀ ਜੇਲ੍ਹ ਦੇ ਵਿੱਚ। SIT ਦੇ ਵਿੱਚ ਵੀ ਕੁਝ ਬਦਲਾਅ ਕੀਤੇ ਗਏ ਨੇ, 2 ਅਫਸਰਾਂ ਨੂੰ ਬਦਲ ਕੇ 2 ਹੋਰ ਲਾਏ ਗਏ ਨੇ। ਇੱਥੇ ਵੀ ਥੋੜ੍ਹਾ ਜਿਹਾ ਕੁਝ ਸਭ ਅੱਛਾ ਨਹੀਂ, ਕਈ ਕੁਝ ਬਦਲੀ ਹੋ ਰਿਹਾ। ਪਰ ਬਾਬੇ ਨੂੰ ਲੱਗਦਾ ਹੈ ਕਿ ਹੁਣ ਉਸ ਦੀ ਪੁੱਛਗਿੱਛ ਜਿਹੜੀ ਹੈ, ਲੰਬੀ ਲਿਸਟ ਕਹਿੰਦੇ ਸਵਾਲਾਂ ਦੀ ਤਿਆਰ ਕੀਤੀ ਹੋਈ ਹੈ ਸਿੱਟ ਨੇ, ਤੇ ਉਸ ਜੀ ਸਿੱਟ ਦੇ ਵੱਲੋਂ ਹੁਣ ਸਵਾਲ ਜਦੋਂ ਸੁਨਾਰੀਆ ਜੇਲ੍ਹ ਵਿੱਚ ਹੋਣਗੇ, ਤੇ ਕੀ ਪੰਜਾਬ ਸਰਕਾਰ, ਇਹ ਜਿਵੇਂ ਜਨਤਕ ਹੁੰਦੀਆਂ ਆਈਆਂ ਚੀਜ਼ਾਂ ਪਿਛਲੇ ਦਿਨਾਂ ਵਿੱਚ, ਅਸੀਂ ਅੱਗੇ ਵੀ ਗੱਲ ਕਰ ਰਹੇ ਸੀ ਕਿ ਚਿੱਠੀਆਂ ਇਸ ਤਰ੍ਹਾਂ ਜਨਤਕ ਹੋ ਰਹੀਆਂ ਨੇ, APS ਦਿਓਲ ਦਾ ਅਸਤੀਫਾ, ਨਵਜੋਤ ਸਿੰਘ ਸਿੱਧੂ ਦਾ ਬਿੱਲ, ਉਹ ਜਿਹੜੀਆਂ ਹਾਈ ਕਮਾਨ ਨੂੰ ਲਿਖੀਆਂ ਹੋਈਆਂ ਚਿੱਠੀਆਂ, ਕੈਪਟਨ ਦੀ, ਸਭ ਕੁਝ ਜਨਤਕ ਇਸ ਤਰ੍ਹਾਂ ਹੋ ਰਿਹਾ ਜੋ ਕਿ ਕਦੀ ਵੀ ਨਹੀਂ ਸੀ ਹੁੰਦਾ। ਤੁਹਾਨੂੰ ਜੀ ਕੋਈ ਲੱਗਦਾ ਹੈ ਕਿ ਜਿਹੜੀ ਉਸ ਦੇ ਨਾਲ ਮੁਲਾਕਾਤ ਹੋਵੇਗੀ ਵੀ ਉਹ ਵੀ ਕਿਤੇ ਜਨਤਕ ਹੋਵੇਗੀ ਤੇ ਲੋਕਾਂ ਦੇ ਦਿਲਾਂ ਨੂੰ ਠੰਡਕ ਪਹੁੰਚੇਗੀ ਕਿ ਇਸ ਫਰੋਡੀਏ ਤੋਂ, ਇਸ ਸੌਦਾ ਸਾਧ ਤੋਂ ਆਹ ਸਵਾਲ ਪੁੱਛੇ ਗਏ ਸੀ ਤਾਂ ਉਹਨੇ ਇਹਨਾਂ ਗੱਲਾਂ ਦੇ ਕੀ ਜਵਾਬ ਦਿੱਤੇ? ਹੀਰ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਆ ਗੁਰਮੀਤ ਰਾਮ ਰਹੀਮ ਦੀ, ਜਿਹੜੇ ਉਹਦੇ ਪਾਪ ਇਸ ਵੇਲੇ ਤੱਕ ਸਾਬਤ ਹੋ ਗਏ ਆ, ਉਹ ਤਾਂ ਤੁਸੀਂ ਬਿਆਨ ਕਰ ਦਿੱਤੇ ਨੇ। ਕੁਛ ਹਜੇ ਵੀ ਲੱਗ ਰਿਹਾ ਆ ਕਿ ਹਜੇ ਜਿਹੜਾ ਉਹਦੇ ਪਾਪਾਂ ਦਾ ਘੜਾ ਆ, ਉਹਦੇ ਵਿੱਚੋਂ ਕੁਛ ਨਾ ਕੁਛ ਹਜੇ ਨਿਕਲ ਕੇ, ਉਹਦਾ ਜੇ ਕਾਨੂੰਨ ਮੁਤਾਬਕ ਦੇਖਿਆ ਜਾਵੇ ਤਾਂ ਉਹਦੀ ਉਮਰ ਆ ਜਿਹੜੀ ਆ, ਉਹ ਜੇਲ੍ਹ ਦੀਆਂ ਸਲਾਖਾਂ ਤੋਂ ਬਾਹਰ ਨਜ਼ਰ ਦੇਖਣੀ ਸ਼ਾਇਦ ਨਾ ਬਣੇ ਕਿਸੇ ਨੂੰ ਵੀ। ਪਰ ਜਦੋਂ ਆਪਾਂ ਸਰਕਾਰਾਂ ਦੇ, ਜਾਂ ਕਹਿ ਸਕਦੇ ਹਾਂ ਕਿ ਸੱਤਾ ਜਿਨ੍ਹਾਂ ਨੇ ਹਥਿਆਉਣੀ ਹੁੰਦੀ ਆ, ਸੱਤਾ ਚਲਾਉਣੀ ਹੁੰਦੀ ਆ, ਜਦੋਂ ਆਪਾਂ ਉਹਨਾਂ ਦੇ ਕਾਰਜਕਾਰੀਆਂ ਦੇਖਦੇ ਹਾਂ, ਜਾਂ ਉਹਨਾਂ ਦਾ ਆਪਾਂ ਸੱਤਾ ਨੂੰ ਚਲਾਉਣ ਦੇ ਤਰੀਕੇ ਦੇਖਦੇ ਹਾਂ, ਤੇ ਉਹ ਤਰੀਕਿਆਂ ਦੇ ਵਿੱਚ ਇਹ ਦੇਖਦੇ ਆ ਕਿ ਇਹਨਾਂ ਲਈ ਸਾਰਾ ਕੁਝ ਸੰਭਵ ਆ। ਜਿਹੜੇ ਪਾਪ ਉਹ ਸਾਧ ਨੇ ਕੀਤੇ ਆ, ਉਹਦੇ ਛਿੱਟੇ ਉਸ ਪਾਰਟੀ ਦੇ ਪਏ, ਉਸ ਦਲ ਤੇ ਪਏ ਜਿਹੜਾ ਮਾਣਾ ਮਤੀ ਕਹਿ ਸਕਦੇ ਆ ਇਤਿਹਾਸ ਸੀ, ਸਿੱਖ ਇਤਿਹਾਸ ਸੀ, ਸ਼੍ਰੋਮਣੀ ਅਕਾਲੀ ਦਲ, ਜਿਨ੍ਹਾਂ ਨੇ ਵੋਟਾਂ ਦੀ ਖਾਤਰ ਉਸ ਬਾਬੇ ਨਾਲ ਜਾਰੀਆਂ ਵੀ ਪਾਈਆਂ, ਉਸ ਬਾਬੇ ਦੇ ਜਾ ਕੇ ਗੋਡੇ ਵੀ ਫੜੇ, ਉਹਦੇ ਪੈਰਾਂ 'ਚ ਵੀ ਬੈਠੇ, ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਉਨੇ ਦਿਨ ਫੋਨ ਨਹੀਂ ਖੋਲ੍ਹਣ ਦਿੱਤਾ ਜਿੰਨੇ ਦਿਨ ਵੋਟਾਂ ਨਹੀਂ ਪੋਲ ਹੋ ਗਈਆਂ। ਜਦੋਂ ਕਿ ਇੱਕ ਕਹਿ ਸਕਦੇ ਆ ਵੱਡੀ ਲੋਕਾਂ ਦੇ ਵਿੱਚ ਰੋਸ ਸੀਗਾ ਵੀ ਇਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਮਦਦ ਲੈ ਰਿਹਾ। ਮੁਆਫੀ ਦਵਾ ਦਿੱਤੀ ਗਈ ਜੀ, ਮੁਆਫੀ ਦਵਾ ਦਿੱਤੀ ਗਈ ਅਕਾਲ ਤਖ਼ਤ ਸਾਹਿਬ ਤੋਂ, ਲੋਕਾਂ ਦੇ ਰੋਹ ਤੋਂ ਬਾਅਦ ਵਾਪਸ ਲਈ ਆ। ਜੀ, ਇਹ ਜਿਹੜਾ ਹੀਰ ਸਾਹਿਬ, ਜਿਹੜਾ ਤੁਸੀਂ ਮਸਲੇ ਦੀ ਗੱਲ ਕੀਤੀ ਆ, ਜਿਸ ਤਰ੍ਹਾਂ ਕੈਪਟਨ ਸ਼੍ਰੋਮਣੀ ਅਕਾਲੀ ਦਲ ਨੇ 2015 ਦਾ ਮਸਲਾ ਆ, ਲਗਭਗ 1.5 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਜੋ ਬਾਬੇ ਦੇ ਕੇਸਾਂ ਨੂੰ ਲੈ ਕੇ ਕੜੀ ਘੋਲੀ ਆ, ਜਿੰਨੀਆਂ ਸਿੱਟ ਬਣੀਆਂ, ਜਿੰਨੀਆਂ SIT ਬਣੀਆਂ, ਜਾਂ ਜਿੰਨੀਆਂ ਜਾਂਚ ਏਜੰਸੀਆਂ ਬਣੀਆਂ, ਉਹੋ ਹੀ ਕੜੀ 4.5 ਸਾਲ ਅਮਰਿੰਦਰ ਸਿੰਘ ਨੇ ਘੋਲੀ ਆ। ਤੇ ਜੇ ਆ 4 ਮਹੀਨੇ ਦਾ, 3 ਮਹੀਨੇ ਦਾ ਸਮਾਂ ਹੁਣ ਨਵਜੋਤ ਸਿੰਘ ਸਿੱਧੂ ਮੰਨ ਲਈਏ, ਸੁੱਖੀ ਰੰਧਾਵਾ ਮੰਨ ਲਈਏ, ਜਾਂ ਚਰਨਜੀਤ ਸਿੰਘ ਚੰਨੀ ਇਸ ਵੇਲੇ ਮੁੱਖ ਮੰਤਰੀ ਬਣ ਗਏ ਨੇ, ਉਹਨਾਂ ਦਾ ਮੰਨ ਲਈਏ, ਤੇ ਮੈਨੂੰ ਨਹੀਂ ਲੱਗਦਾ ਹੈਗਾ ਕਿ ਇਹ 3-4 ਮਹੀਨਿਆਂ ਵਿੱਚ ਵੀ ਜਿਹੜੀ ਪਿਛਲੀ ਕੜੀ ਘੋਲੀ ਆ, ਉਹ ਕੜੀ ਨੂੰ ਜਿਹੜਾ ਆ ਕਿਤੇ ਪਕਾ ਰਖਾ ਕੇ ਲੋਕਾਂ ਦੇ ਹਿਰਦਿਆਂ ਦੇ ਉੱਤੇ ਕੋਈ ਜਿਹੜੀ ਲੋਕਾਂ ਦੀ ਇੱਕ ਸੋਚ ਬਣ ਗਈ ਆ ਵੀ ਇਹ ਲੋਕ ਦੋਸ਼ੀ ਸੀਗੇ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ, ਸੱਚ ਸਾਹਮਣੇ ਆਉਣਾ ਚਾਹੀਦਾ। ਇਹ ਲੱਗਦਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਦਾ ਕੋਈ ਅਸਰ ਹੋਊਗਾ ਜਾਂ ਇਹਦਾ ਕੋਈ ਨਾ ਕੋਈ ਹੱਲ ਹੋਊਗਾ। ਪਰ ਕਹਿ ਸਕਦੇ ਹਾਂ ਕਿ ਸਿੱਖ ਹਿਰਦੇ ਇਸ ਵੇਲੇ ਵੀ ਮੰਗ ਕਰਦੇ ਆ ਵੀ ਘੱਟੋ ਘੱਟ, ਚਾਹੇ ਉਹ ਬਾਬਾ ਜੇਲ੍ਹ 'ਚ ਹੀ ਬੈਠਾ ਆ, ਉਹਦੇ ਪ੍ਰੇਮੀ ਜਿਹੜੇ ਆ, ਜਿਨ੍ਹਾਂ ਨੇ ਇਹ ਘਟਨਾਵਾਂ ਨੂੰ ਅੰਜਾਮ ਦੇਣ ਦੇ ਵਿੱਚ ਰੋਲ ਅਦਾ ਕੀਤਾ ਆ, ਉਹ ਏਜੰਸੀਆਂ ਦੇ, ਸਰਕਾਰਾਂ ਦੇ ਸਿਰ ਤੇ ਹੀ ਸਾਰਾ ਕੁਝ ਹੋਇਆ। ਤਸਵੀਰ ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚ ਇਸ ਵੇਲੇ ਸ਼ੀਸ਼ੇ ਵਾਂਗੂ ਸਾਫ਼ ਆ, ਕਿਹਨੇ ਕੀ ਰੋਲ ਅਦਾ ਕੀਤੇ ਨੇ। ਕਾਨੂੰਨ ਮੁਤਾਬਕ ਬਾਬਾ ਭਾਵੇਂ ਨਾ ਵੀ ਛੁੱਟਦਾ ਦਿਸੇ, ਪਰ ਹੀਰ ਸਾਹਿਬ ਜੋ ਹਾਲਾਤ ਦੇਖ ਰਹੇ ਆ, ਜੇ ਇੰਨਾ ਰੌਲਾ ਨਾ ਪੈਂਦਾ, ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਵਾਲੇ ਮੱਠ ਦੇ ਵਿੱਚ BJP ਦੀ ਕਿਰਕਰੀ ਨਾ ਹੁੰਦੀ, BJP ਦਾ ਵਿਰੋਧ ਨਾ ਹੁੰਦਾ, ਤੇ ਬਾਬਾ ਭਾਵੇਂ ਕਿਸੇ ਬਹਾਨੇ ਇਹ ਬਾਹਰ ਕੱਢਦੇ, ਬਾਬਾ ਇਸ ਇਲੈਕਸ਼ਨ 'ਚ 2022 ਦੇ ਵਿੱਚ ਹੀ ਬਾਹਰ ਦੀ ਜਿਹੜੀ ਹਵਾ ਦੇ ਖਾਣ ਦੇ ਕਹਿ ਸਕਦੇ ਹਵਾ ਸਾਹ ਲੈਣ ਲਈ ਇਹ ਪਾਰਟੀਆਂ ਨੇ, ਇਹਨਾਂ ਸਰਕਾਰਾਂ ਨੇ ਬਾਬੇ ਨੂੰ ਸਮਰੱਥ ਬਣਾ ਦੇਣਾ ਸੀ। ਪਰ ਇਸ ਵੇਲੇ ਉਹਨਾਂ ਨੂੰ ਦਿਸ ਰਿਹਾ ਸਾਨੂੰ ਪੰਜਾਬ 'ਚ ਕੁਛ ਨਹੀਂ ਮਿਲ ਰਿਹਾ। ਹੁਣ ਜੋ ਸ਼ੰਕੇ ਨੇ ਕਿ ਜਿਸ ਤਰ੍ਹਾਂ ਐਲਨਾਬਾਦ ਦੀ ਸੀਟ ਜਿਹੜੀ ਆ ਉਹ ਅਭੈ ਚਟਾਲਾ ਨੇ ਜਿੱਤ ਲਈ ਆ, ਤੇ ਉੱਥੇ JJP ਤੇ BJP ਰਲ ਕੇ ਵੀ ਜਿਹੜਾ ਮੁਕਾਬਲਾ ਨਹੀਂ ਕਰ ਸਕੇ। ਇਹ ਜਦੋਂ ਹੁਣ ਹਰਿਆਣਾ ਦੀ ਸਟੇਟ ਇਲੈਕਸ਼ਨ ਆਉਣੀ ਆ, ਤੇ ਬਾਬੇ ਨੂੰ ਕਿਤੇ ਨਾ ਕਿਤੇ ਉਸ ਵੇਲੇ ਵੀ ਰਾਹਤ ਸਰਕਾਰਾਂ ਦੇਣਗੀਆਂ। ਜੇ ਉਸ ਵੇਲੇ ਨਾ ਮਿਲੀ ਤਾਂ 2024 'ਚ ਮੋਦੀ ਇਲੈਕਸ਼ਨ ਦੇ ਵਿੱਚ ਕਿਤੇ ਨਾ ਕਿਤੇ ਬਾਬੇ ਦੇ ਪੈਰੋਕਾਰਾਂ ਦੀ ਵੋਟ ਲੈਣ ਲਈ ਪਾਰਟੀਆਂ ਜਿਹੜੀਆਂ ਆ, ਸੰਵਿਧਾਨ ਨੂੰ, ਕਾਨੂੰਨ ਨੂੰ ਧੱਕ ਕੇ ਕੋਈ ਨਾ ਕੋਈ ਏਦਾਂ ਦੀ ਘਟਨਾ ਜ਼ਰੂਰ ਘਟਾਉਣਗੀਆਂ ਕਿ ਬਾਬਾ ਜਿਹੜਾ ਆ ਉਹ ਬਾਹਰ ਆ ਸਕੇ। ਇਹ ਸਾਰਾ ਕੁਝ ਜੋ ਵੀ ਹੁੰਦਾ ਆ, ਇਹ ਸਰਕਾਰਾਂ ਦੀ ਸ਼ਹਿ ਨਾਲ ਹੀ ਅੱਜ ਤੱਕ ਬਾਬਾ ਇੱਥੇ ਤੱਕ ਪਹੁੰਚਿਆ, ਤੇ ਸਰਕਾਰਾਂ ਦੀ ਸ਼ਹਿ ਨਾਲ ਹੀ ਬਾਬਾ ਬਾਹਰ ਆ ਸਕਦਾ ਆ, ਭਾਵੇਂ ਕਿ ਕਾਨੂੰਨ ਵਿੱਚ ਇਸ ਵੇਲੇ ਕੋਈ ਵੀ ਪ੍ਰਾਵਧਾਨ ਉਹਦੇ ਬਾਹਰ ਆਉਣ ਦਾ ਨਹੀਂ ਬਚਿਆ। ਜੀ ਬਿਲਗਾ ਸਾਹਿਬ, ਮੇਰਾ ਖਿਆਲ ਹੈ ਕਿ ਪ੍ਰੋਗਰਾਮ ਅਸੀਂ ਅੱਜ ਤਾਂ ਇੱਥੇ ਖਤਮ ਕਰੀਏ। ਔਰ ਦੀਵਾਲੀ ਦੀਆਂ ਇੱਕ ਵਾਰ ਫਿਰ ਸ਼ੁਭ ਕਾਮਨਾਵਾਂ। ਤੁਸੀਂ ਵੀ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ ਆਪ ਜੀ ਦਾ।
ਔਰ ਫਿਰ ਜਲਦੀ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ, ਸਭ ਨੂੰ ਵਧਾਈ ਬਹੁਤ ਬਹੁਤ।